गुरु नानक पद पंकज बंदन पंकज बंदन सिमरो अंगद दुख निकंदन गुरु अमरदास हृदय नित त्याऊ हृदय नित त्याऊ श्री गुरु रामदास गुण गुरु अर्जन विघ्नन के नाशक विघ्नन के नाशक श्री हर गोविंद सुमत प्रकाशक श्री हर राय नमो कर जोरी नमो कर जोरी श्री हर कृष्ण मनाओ बहोरी गुरु तेग बहादुर परम कृपाला परम कृपाला श्री गुरु गोबिंद सिंह बेसाला तरो तरा पर पुन पुन सीसा पुन पुन सीसा मनो बार बार जगदीसा एक ओंकार सतगुरु प्रसाद सच हुए वाहिगुरु जी की फतेह है विनाशन सोए वाहिगुरु जी की फतेह है विनाशन सोए दोहरा एक दिन उष्टर गुरु के चरण गए पुर तीर बागन बिखे परवेश पे लता तुरन बड़ पीर वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਤੋਂ ਦੱਖਣ ਵੱਲ ਚਾਲੇ ਪਾਏ ਆ ਤੇ ਆਪਣੇ ਵਹੀਰ ਦੇ ਸਮੇਤ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਨਗਰ ਵਿੱਚ ਪਹੁੰਚੇ ਆ ਜਿਸ ਦਾ ਨਾਮ ਹੈ ਬਘੌਰ। ਤੇ ਉਸ ਬਘੌਰ ਦੇ ਵਿੱਚ ਜਦੋਂ ਪਹੁੰਚੇ ਤੇ ਨਗਰ ਨਿਵਾਸੀਆਂ ਨੂੰ ਸ਼ੰਕਾ ਪੈ ਗਿਆ ਵੀ ਇਹ ਕੋਈ ਸਾਨੂੰ ਲੁੱਟਣ ਵਾਲੀ ਫੌਜ ਲੱਗਦੀ ਹੈ। ਉਹ ਡਰ ਗਏ, ਲੜਾਈ ਦੀ ਤਿਆਰੀ ਕਰਨ ਲੱਗੇ। ਪਰ ਉਹਨਾਂ ਦਾ ਇੱਕ ਸੂਹੀਆ ਪਤਾ ਕਰਨ ਆਇਆ ਤੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਕੌਣ ਹੋ, ਕਿੱਧਰੋਂ ਆਏ ਹੋ, ਕਿੱਧਰ ਚੱਲੇ ਹੋ। ਮਹਾਰਾਜ ਸਾਡੇ ਪਿੰਡ ਦੇ ਲੋਕ ਡਰੀ ਜਾਂਦੇ ਆ ਵੀ ਤੁਸੀਂ ਕਿਤੇ ਹਮਲਾ ਨਾ ਕਰ ਦਿਓ। ਪਾਤਸ਼ਾਹ ਕਹਿੰਦੇ ਅਸੀਂ ਹਮਲਾ ਕਰਨ ਥੋੜ੍ਹਾ ਆਏ ਹਾਂ, ਅਸੀਂ ਤਾਂ ਪਿਆਰ ਕਰਨ ਆਏ ਹਾਂ। ਪਾਤਸ਼ਾਹ ਨੇ ਆਪਣੇ ਇੱਕ ਸਿੰਘ ਨੂੰ ਭੇਜਿਆ, ਭਾਈ ਧਰਮ ਸਿੰਘ ਨੂੰ, ਜਾ ਭਾਈ ਇਹਨਾਂ ਨੂੰ ਸਮਝਾ ਕੇ ਆ ਵੀ ਐਸੀ ਕੋਈ ਗੱਲ ਨਹੀਂ ਆ। ਫਿਰ ਉਹ ਕੋਲ ਵੀ ਆਉਂਦੇ ਆ। ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦਾ ਸ਼ੰਕਾ ਜਾਣ ਕੇ ਸਿੰਘਾਂ ਨੂੰ ਹੁਕਮ ਕਰਦੇ ਆ ਵੀ ਤੁਸੀਂ ਇਹਨਾਂ ਦੇ ਪਿੰਡ ਵਿੱਚ ਨਹੀਂ ਜਾਣਾਗਾ ਔਰ ਇਹਨਾਂ ਦੇ ਨਗਰ ਵਿੱਚ ਕੋਈ ਚੀਜ਼ ਲੈ ਕੇ ਨਹੀਂ ਆਉਣੀ। ਆਪੇ ਜੋ ਦੇਣ ਤਾਂ ਠੀਕ ਹੈ ਪਰ ਤੁਸੀਂ ਧੱਕੇ ਨਾਲ ਇਹਨਾਂ ਤੋਂ ਕੁਛ ਵੀ ਨਹੀਂ ਲੈਣਾ। ਪਾਤਸ਼ਾਹ ਦਾ ਹੁਕਮ ਮੰਨ ਕੇ ਸਿੰਘ ਰੁਕ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਨੇ ਕਿਹਾ ਜੀ ਅਸੀਂ ਫੇਰ ਮੰਨਾਂਗੇ ਜੇ ਸਾਡੇ ਪਿੰਡ ਤੋਂ ਥੋੜ੍ਹੀ ਦੂਰ ਜਾ ਕੇ ਆਪਣਾ ਪੜਾ ਕਰੋ। ਤਾਂ ਸਤਿਗੁਰਾਂ ਨੇ ਥੋੜ੍ਹੀ ਦੂਰੀ 'ਤੇ ਬਾਗ ਵਿੱਚ ਪੜਾ ਕਰ ਲਿਆ। ਇੱਕ ਦਿਨ ਕੀ ਹੋਇਆ, ਬਾਗ ਦੇ ਵਿੱਚ ਕੁਝ ਵੇਲਾਂ ਲੱਗੀਆਂ ਸਨ ਹਰਿਆਲੀ ਵਾਲੀਆਂ ਤੇ ਉਹਨਾਂ ਵੇਲਾਂ ਨੂੰ ਊਠਾਂ ਨੇ ਚਰ ਲਿਆ। ਜਦ ਊਠਾਂ ਨੇ ਉਹ ਵੇਲਾਂ ਖਾ ਲਈਆਂ ਤੇ ਮਾਲੀਆਂ ਨੇ ਊਠਾਂ ਦੇ ਡੰਡੇ ਮਾਰੇ, ਸੋਟੀਆਂ ਮਾਰੀਆਂ ਔਰ ਕੌੜਾ ਵੀ ਬੋਲੇ, ਉੱਚਾ ਨੀਵਾਂ ਵੀ ਬੋਲੇ। ਸਿੰਘਾਂ ਨੂੰ ਪਤਾ ਲੱਗਿਆ, ਸਿੰਘਾਂ ਨੇ ਊਠ ਵੀ ਮੋੜ ਲਿਆਂਦੇ ਤੇ ਮਾਲੀ ਦੇ ਨਾਲ ਲੜਾਈ ਵੀ ਹੋ ਗਈ। ਤੇ ਫਿਰ ਮਾਲੀ ਆਪਣੇ ਮਾਲਕਾਂ ਨੂੰ ਜਾ ਕੇ ਦੱਸਦਾ, ਦੇਖੋ ਜੀ ਆਪਣੇ ਬਾਗ ਦੇ ਵਿੱਚ ਨਾਲੇ ਉਜਾੜਾ ਕਰਤਾ ਨਾਲੇ ਸਾਨੂੰ ਕੁੱਟਿਆ। ਉਸ ਮਾਲੀ ਦੇ ਜਿਹੜੇ ਮਾਲਕ ਸਨ ਬਾਗ ਦੇ, ਫਿਰ ਉਹ ਲੜਾਈ ਕਰਨ ਵਾਸਤੇ ਆਉਂਦੇ ਆ। ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ
ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਇੱਕ ਦਿਨ ਉਸਟਰ ਗੁਰੂ ਕੇ ਚਰਨ ਗਏ ਪੁਰ ਤੀਰ। ਇੱਕ ਦਿਨ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਊਠ ਜੋ ਖੁੱਲੇ ਹੋਏ ਸਨ ਉਹ ਚਰਦੇ ਚਰਦੇ ਨਗਰ ਦੇ ਨੇੜੇ ਚਲੇ ਗਏ ਜੀ। ਬਾਗਨ ਵਿਖੇ ਪਰਵੇਸ਼ ਪੇ ਲਤਾ ਤੁਰਨ ਬੜ ਪੀਰ। ਜਿੱਥੇ ਬਾਗਾਂ ਦੇ ਵਿੱਚ ਕੁਝ ਵੇਲਾਂ ਲੱਗੀਆਂ ਹੋਈਆਂ ਸਨ ਤੇ ਪਸ਼ੂ ਨੂੰ ਕੀ ਪਤਾ ਹੁਣ ਹਰਿਆਲੀ ਦੇਖ ਕੇ ਉਹ ਵੇਲਾਂ ਨੂੰ ਖਾਣ ਲੱਗੇ ਜੀ। ਚੌਪਈ ਅੰਤਰ ਜਾਏ ਤੋਰ ਤਰ ਖਾਏ ਇਤਨੇ ਮੇ ਮਾਲੀ ਤਹ ਆਏ। ਔਰ ਉਹਨਾਂ ਊਠਾਂ ਨੇ ਉਹਨਾਂ ਵੇਲਾਂ ਨੂੰ ਤੋੜ ਕੇ ਖਾਣਾ ਸ਼ੁਰੂ ਕੀਤਾ। ਇਤਨੇ ਕਿਸੇ ਮਾਲੀ ਨੂੰ ਪਤਾ ਲੱਗਿਆ, ਉਹ ਭੱਜੇ ਆਏ ਜੀ। ਉਸਟਨ ਕੇ ਬੋ ਲਖਤ ਪ੍ਰਹਾਰੇ ਦੇ ਗਾਰੀ ਬੋ ਬਹਿਰ ਨਿਕਾਰੇ। ਔਰ ਉਹਨਾਂ ਮਾਲੀਆਂ ਨੇ ਨਾਲੇ ਤਾਂ ਊਠਾਂ ਨੂੰ ਕੁੱਟਿਆ ਤੇ ਨਾਲੇ ਗਾਲਾਂ ਕੱਢੀਆਂ। ਕਈ ਵਾਰੀ ਖੇਤ ਵਾਲਾ ਕਹਿੰਦਾ ਹੈ ਕਿਹੜਾ ਨਖਸਮਾ ਹੈ, ਕਿਹਦੇ ਪਸ਼ੂ ਹੈ, ਸਾਡਾ ਖੇਤ ਉਜਾੜ ਦਿੱਤਾ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਜਦੋਂ ਐਦਾਂ ਮਾਲੀਆਂ ਨੇ ਉੱਚਾ ਨੀਵਾਂ ਬੋਲਿਆ ਤੇ ਊਠਾਂ ਨੂੰ ਕੁੱਟਣਾ ਕੀਤਾ ਜੀ। ਤੇ ਉਸਟਵਾਨ ਮਿਲ ਗਏ ਦੇ ਦੇ ਗਾਰ ਲਰਦ ਸੋ ਪਏ। ਇਧਰੋਂ ਜਿਨ੍ਹਾਂ ਦੀ ਊਠਾਂ ਤੇ ਡਿਊਟੀ ਸੀ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਭੱਜੇ ਗਏ ਤੇ ਨਾਲੇ ਮਾਲੀਆਂ ਨੇ ਨਾਲ ਲੜਾਈ ਹੋਈ, ਨਾਲੇ ਉੱਥੇ ਫਿਰ ਗਾਲੀ ਗਲੋਚ ਹੋ ਗਿਆ, ਲੜਾਈ ਵੱਧ ਗਈ। ਲਾਠੀ ਸੋਟਨ ਭਈ ਲੜਾਈ ਮਾਰੀ ਉਪਨਾ ਭਲਾਈ। ਔਰ ਫਿਰ ਕਹਿੰਦੇ ਉਹਨਾਂ ਊਠਾਂ ਵਾਲਿਆਂ ਨੇ ਉਸੇ ਵੇਲੇ ਫਿਰ ਉਹਨਾਂ ਮਾਲੀਆਂ ਦੇ ਨਾਲ ਲੜਾਈ ਕੀਤੀ, ਡੰਡੇ ਸੋਟੀਆਂ ਚੱਲੀਆਂ ਤੇ ਮਾਲੀ ਭੱਜ ਗਏ ਜੀ। ਜੇ ਉਸਟ ਰਹੇ ਗੁਰ ਡਿਗਿਆਏ ਮਾਲੀ ਕਰਨ ਪੁਕਾਰ ਸਿਧਾਏ। ਔਰ ਗੁਰੂ ਕੇ ਸਿੱਖ ਜਿਨ੍ਹਾਂ ਦੀ ਡਿਊਟੀ ਉਹਨਾਂ ਮਾਲੀਆਂ ਤੇ ਸੀ, ਉਹਨਾਂ ਊਠਾਂ ਤੇ ਸੀ, ਉਹਨਾਂ ਨੂੰ ਊਠਾਂ ਨੂੰ ਲੈ ਕੇ ਗੁਰੂ ਸਾਹਿਬ ਦੇ ਕੋਲ ਆ ਗਏ ਤੇ ਮਾਲੀ ਭੱਜ ਕੇ ਉੱਥੋਂ ਚਲੇ ਗਏ। ਤਿਨ ਸੁਨ ਕੇ ਮਠਠੀ ਸਲਾਹਾ ਸਿੰਘ ਜੋ ਆਵੇ ਕੋ ਇਤਰਾਹਾ। ਔਰ ਉਹਨਾਂ ਮਾਲੀਆਂ ਨੇ ਜਾ ਕਰਕੇ ਆਪਣੇ ਮਾਲਕ ਨੂੰ ਦੱਸ ਦਿੱਤਾ ਕਿ ਜਿਹੜੇ ਇੱਥੇ ਆਪਣੇ ਗੁਰੂ ਆਏ ਹਨ, ਇੱਥੇ ਉਤਰੇ ਐ, ਉਹਨਾਂ ਦੇ ਊਠਾਂ ਨੇ ਇਉਂ ਉਜਾੜਾ ਕਰਤਾ, ਸਾਡੀਆਂ ਵੇਲਾਂ ਤੋੜਤੀਆਂ ਤੇ ਸਾਡੇ ਨਾਲ ਲੜਾਈ ਹੋ ਗਈ। ਤੇ ਮਾਲਕ ਕਹਿੰਦਾ ਜੇ ਹੁਣ ਕੀ ਇੱਧਰ ਸਿੱਖ ਆਵੇ, ਗੁਰੂ ਕਾ ਸਿੰਘ ਆਵੇ ਤਾਂ ਤਿਸ ਕੋ ਹਤੇ ਮੁਸਟਿਆਰ ਸੋਟੇ ਪਲਟਾ ਲੈ ਕਰੀ ਕ੍ਰਿਤ ਕੋਟੇ। ਉਹਨਾਂ ਨੇ ਬਹੁਤ ਮਾੜਾ ਕੀਤਾ ਹੈ, ਮਾਲੀਆਂ ਨੂੰ ਮਾਰਿਆ, ਆਪਾਂ ਇਹਦਾ ਬਦਲਾ ਉਸ ਦੇ ਸਿੱਖ ਨੂੰ ਜਿਹੜਾ ਵੀ ਇੱਧਰ ਆ ਗਿਆ ਕੁੱਟ ਕੇ ਲਵਾਂਗੇ। ਰਹਿਤ ਕਾਵਤ ਘਾਤ ਬਹੋਰੀ ਗਮਨਿਓ ਸਿੰਘ ਏਕ ਤਿਸ ਠੌਰੀ। ਹੁਣ ਇਹਨਾਂ ਨੇ ਦਾ ਬਣਾ ਲਿਆ ਵੀ ਜਦੋਂ ਵੀ ਆਉਂਦਾ ਨਿਗਾਹ ਰੱਖਦੇ ਆ, ਘਾਤ ਹੁੰਦਾ ਦਾ ਲਾ ਕੇ ਮੋਰਚਾ ਲਾ ਕੇ ਬੈਠਣਾ ਵੀ ਜਦੋਂ ਵੀ ਕੋਈ ਇਹਨਾਂ ਦਾ ਸਿੰਘ ਇੱਧਰ ਆ ਗਿਆ ਤੇ ਫਿਰ ਦੇਖਾਂਗੇ। ਦੁਸ਼ਟਨ ਘੇਰ ਲਿਓ ਡਿਗਿਆਏ ਹਿਤ ਮਾਰਨ ਕੇ ਹੱਥ ਉਠਾਏ। ਤੇ ਕੁਦਰਤੀ ਗੁਰੂ ਕਾ ਸਿੱਖ ਉਸ ਪਾਸੇ ਚਲਿਆ ਗਿਆ ਕਿਸੇ ਕੰਮ ਤੇ ਇਹਨਾਂ ਨੇ ਦੇਖ ਲਿਆ ਤੇ ਲੜਾਈ ਕਰ ਲਈ ਜੀ। ਕੋਪਿਓ ਸਿੰਘ ਕਿਰਪਾਨ ਨਿਕਾਰੀ ਫਾਦ ਫਾਦਿਕ ਦਵੈ ਕੇ ਝਾਰੀ। ਔਰ ਸਿੰਘ ਨੇ ਫਿਰ ਸ਼ਾਸਤਰ ਕੋਲੇ ਸੀ ਕੱਢ ਲਿਆ, ਤਲਵਾਰ ਮਿਆਨ ਚੋਂ ਕੱਢ ਲਈ, ਫਾਂਦ ਫਾਂਦ ਕੇ ਭਾਵ ਛਾਲਾ ਮਾਰਦੇ ਹੋਏ ਜਿਵੇਂ ਗੱਤਕੇ ਵਾਲੇ ਮਾਰਦੇ ਆ, ਤਲਵਾਰ ਚਲਾਉਂਦੇ ਹੋਏ ਕਈਆਂ ਦੇ ਉੱਤੇ ਤਲਵਾਰ ਵਰਾ ਦਿੱਤੀ ਹੈ। ਹਰਿਓ ਰੋਰੀ ਤੁਤ ਮਹਿ ਭਾਰੋ ਸ਼੍ਰੋਣ ਖਾਲਸੇ ਕੇ ਇਨ ਡਾਰੋ। ਔਰ ਗੁਰੂ ਪਿਆਰਿਓ ਜਿਸ ਵੇਲੇ ਇਹ ਰੌਲਾ ਪੈ ਗਿਆ ਸਾਰੇ ਪਾਸੇ ਵੀ ਗੁਰੂ ਕੇ ਸਿੰਘਾਂ ਨੇ ਤਾਂ ਮਾਰ ਮਾਰ ਕੇ ਤਲਵਾਰਾਂ ਖੂਨ ਵਹਾ ਦਿੱਤਾ ਹੈ। ਲੇਕਰ ਹੁਕਮ ਨਾਥ ਕੋ ਧਾਏ ਕਸੀ ਤੁਫੰਗੇ ਜੰਗ ਮਚਾਏ। ਔਰ ਹੁਣ ਉਹਨਾਂ ਦੇ ਜਿਹੜੇ ਮਾਲਕ ਸੀ ਉਹਨਾਂ ਨੂੰ ਸੱਦਿਆ ਤੇ ਉਹਨਾਂ ਦੇ ਮਾਲਕਾਂ ਨੇ ਆਪਣੇ ਕਰਿੰਦੇ ਲੈ ਕੇ, ਆਪਣੇ ਬੰਦੇ ਲੈ ਕੇ, ਤਲਵਾਰਾਂ ਬੰਦੂਕਾਂ ਲੈ ਕੇ ਆ ਗਏ। ਦੋਇ ਦਿਸ ਕੀ ਨਰ ਗਨ ਪਟ ਹੈ ਕੈ ਮਚਿਓ ਲੋ ਚਿਤ ਮੈ ਰਿਸ ਕਹਿ ਕੈ। ਔਰ ਦੋਨੇ ਪਾਸੇ ਹੀ ਗੁੱਸਾ ਵੱਧ ਗਿਆ, ਗੱਲ ਤਾਂ ਊਠਾਂ ਤੋਂ ਚੱਲੀ ਤੀ ਸੀ, ਗੱਲ ਲੜਾਈ ਤੱਕ ਪਹੁੰਚ ਗਈ ਆ।
ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਦੋਨੇ ਪਾਸਿਆਂ ਤੋਂ ਤਲਵਾਰਾਂ ਬੰਦੂਕਾਂ ਚੱਲਣ ਲੱਗੀਆਂ, ਰੌਲਾ ਪੈ ਗਿਆ ਜੀ। ਹੀਰ ਨਗਰ ਤੇ ਮਚੀ ਲੜਾਈ, ਵਿਚਰੇ ਸੋ ਪਟ ਤੁਫੰਗ ਚਲਾਈ। ਇਸ ਤਰ੍ਹਾਂ ਸੂਰਵੀਰ ਯੋਧੇ ਜਿਹੜੇ ਸਨ ਉਹ ਬੰਦੂਕਾਂ ਚਲਾ ਰਹੇ ਹਨ। ਨਗਰ ਦੇ ਬਾਹਰਲੇ ਪਾਸੇ ਇਹ ਲੜਾਈ ਵੱਧ ਗਈ। ਪਾਰਿਓ ਨੇਰ ਐਚੀ ਤਰਵਾਰ, ਨਿਕਟ ਹੋਏ ਪਟ ਕੋ ਕਟ ਡਾਰੈ। ਜਦੋਂ ਇੱਕ ਦੂਸਰੇ ਦੇ ਨੇੜੇ ਹੁੰਦੇ ਐ ਤਲਵਾਰਾਂ ਖਿੱਚ ਲਈਆਂ ਅਤੇ ਯੋਧਿਆਂ ਨੇ ਯੋਧਿਆਂ ਨੂੰ ਵੱਢਣਾ ਕੀਤਾ ਹੈ। ਹਮਲਾ ਕਰਿਓ ਖਾਲਸੇ ਜਬੈ, ਧਾਏ ਬਰੇ ਪੁਰ ਭੀਤਰ ਸਬੈ। ਕਿ ਜਦੋਂ ਫਿਰ ਹੋਰ ਸਿੰਘ ਆ ਗਏ ਉਹਨਾਂ ਨੇ ਤਕੜਾ ਹਮਲਾ ਜਿਹਾ ਕੀਤਾ ਤੇ ਇਹ ਭੱਜ ਕੇ ਫਿਰ ਪਿੰਡ ਵਿੱਚ ਵੜ ਗਏ ਜੀ। ਕਾਇਮ ਕਰੋ ਪਈ ਸਬਦਾਨਾ, ਲੇਕਰ ਊਟਨ ਕਰੇ ਮਹਾਨਾ। ਔਰ ਓਟਣ ਕਹਿੰਦੇ ਆ ਓਟ ਲੈ ਕੇ ਮੋਰਚੇ ਬਣਾ ਕੇ ਲੜਾਂਗੇ ਯਾਰ ਇਹਨਾਂ ਦੇ ਨਾਲ। ਗੱਲ ਹੋਰ ਵੱਧ ਗਈ ਹੈ। ਘਰੇ ਚਲੇ ਗਏ, ਘਰਾਂ ਘਰੀ ਚਲੇ ਗਏ ਤੇ ਪਿੰਡ ਵਾਲੇ ਹੋਰ ਲੋਕ ਇਕੱਠੇ ਕਰ ਲਏ। ਕਹਿੰਦੇ ਆਪਾਂ ਮੋਰਚਾਬੰਦੀ ਕਰਕੇ ਇਹਨਾਂ ਸਿੰਘਾਂ ਦੇ ਨਾਲ ਲੜਾਈ ਕਰਾਂਗੇ। ਹੀਰ ਸਿੰਘ ਚੌਦਿਸ਼ਾ ਰਿਸਾਈ, ਲਾਏ ਮੋਰਚੇ ਤੁਪਕ ਚਲਾਏ। ਇਧਰ ਗੁਰੂ ਕੇ ਸਿੰਘਾਂ ਨੇ ਵੀ ਪਤਾ ਲੱਗਿਆ ਕਿ ਮੋਰਚਾਬੰਦੀ ਕਰ ਲਈਏ, ਹੋ ਸਕਦਾ ਇਹ ਫੇਰ ਲੜਾਈ ਕਰਨ ਵਾਸਤੇ ਆਉਣ। ਸਿੰਘ ਜਿਹੜੇ ਹਨ ਇਹ ਵੀ ਨਗਰ ਦੇ ਬਾਹਰਲੇ ਪਾਸੇ ਆਪਣੇ ਮੋਰਚੇ ਬਣਾ ਕੇ ਬਹਿ ਗਏ। ਚੌਥੇ ਬਿਹਰ ਛੋੜ ਕਰ ਭਾਗੇ, ਅੰਤਰ ਬਰ ਕਰ ਲੜਨੇ ਲਾਗੇ। ਔਰ ਲੌਡਾ ਪਹਿਰ ਕਹਿੰਦੇ ਆ ਦੁਪਹਿਰੇ, ਪਿਛਲੇ ਪਹਿਰ ਤਾਂ ਜਿਸ ਵੇਲੇ ਦੁਪਹਿਰੇ ਜੇ ਇਹ ਲੜਾਈ ਹੋਈ ਸੀ, ਪਹਿਲੇ ਪਹਿਰ ਤੇ ਦੁਪਹਿਰੇ ਲੌਡੇ ਪਹਿਰ ਭੱਜ ਗਏ ਸਨ। ਇਸ ਤਰ੍ਹਾਂ ਗੁਰੂ ਪਿਆਰਿਓ ਤੇ ਇਹਨਾਂ ਦੀਆਂ ਲੋਥਾਂ ਜਿਹੜੀਆਂ ਹਨ ਉਹ ਉੱਥੇ ਹੀ ਰਹਿ ਗਈਆਂ, ਜਿਹੜੇ ਮੰਦੇ ਵੱਢੇ ਗਏ ਔਰ ਅੰਦਰ ਚਲੇ ਗਏ ਨਗਰ ਦੇ ਵਿੱਚ। ਕਹੋ ਕਹਾ ਲਗ ਮਾਚਿਓ ਜੰਗ, ਛੋਟੇ ਦੋਹਮ ਦਿਸ਼ ਪੁੰਜ ਤੁਫੰਗ। ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਹਨ ਕਵਿਤਾ ਦੇ ਵਿੱਚ, ਤੇ ਇਹ ਸਾਰੀ ਕਥਾ ਲਿਖਾਉਣ ਵਾਲਾ ਕੌਣ ਹੈ? ਰਾਮ ਕੋਇਰ ਜੀ ਉਰਫ ਗੁਰਬਖਸ਼ ਸਿੰਘ, ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਜਿਨ੍ਹਾਂ ਦਾ ਨਾਮ ਗੁਰਬਖਸ਼ ਸਿੰਘ ਰੱਖਿਆ ਗਿਆ। ਛੋਟਾ ਨਾਮ ਉਹਨਾਂ ਦਾ ਰਾਮ ਕੌਰ ਸੀ ਬਚਪਨ ਦਾ। ਤੇ ਰਾਮ ਕੋਇਰ ਜੀ ਬਾਬੇ ਬੁੱਢੇ ਦੀ ਵੰਸ਼ ਵਿੱਚੋਂ ਹਨ, ਜਿਨ੍ਹਾਂ ਨੂੰ ਇੱਕ ਵਾਰੀ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਸੀ, ਬਾਬਾ ਜੀ ਸਾਡੇ ਕੋਲ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਹੈ ਤੇ 10 ਗੁਰੂਆਂ ਦਾ ਇਤਿਹਾਸ ਹੋਣਾ ਚਾਹੀਦਾ। ਤੇ ਬਾਬਾ ਰਾਮ ਕੌਰ ਜੀ ਕਹਿੰਦੇ ਵੀ ਮੈਂ ਕੀ ਕਰ ਸਕਦਾ, ਫਿਰ ਮੈਂ ਤਾਂ 10ਵੇਂ ਪਾਤਸ਼ਾਹ ਵੇਲੇ ਜਨਮ ਲਿਆ ਤੇ ਜਦੋਂ ਉਹਨਾਂ ਨੂੰ 9 ਸਾਲ ਦੇ ਸਨ ਤੇ ਮੈਂ ਉਦੋਂ ਤਿਲਕ ਦਿੱਤਾ ਤੇ ਮੈਂ 2 ਸਾਲ ਦਾ ਸੀਗਾ, ਤੇ ਮੈਂ ਇੱਦਾਂ 9 ਗੁਰੂਆਂ ਦਾ ਇਤਿਹਾਸ ਕਿਵੇਂ ਲਿਖਵਾ ਦੇਵਾਂਗਾ। ਸਿੱਖ ਸੰਗਤਾਂ ਕਹਿੰਦੀਆਂ ਜੀ ਤੁਹਾਨੂੰ ਬਾਬੇ ਨਾਨਕ ਦਾ ਵਰ ਹੋਇਆ, ਬਾਬੇ ਬੁੱਢੇ ਨੂੰ ਤੁਹਾਡੀ ਵੰਸ਼ ਨੂੰ ਹੀ ਹੋਇਆ। ਬਈ ਮੈਂ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਬੁੱਢਿਆ ਤਾਂ ਇੱਥੋਂ ਓਲੇ ਨਹੀਂ ਹੋਵਾਂਗਾ। ਇਸ ਕਰਕੇ ਤੁਸੀਂ ਮਹਾਰਾਜ ਲਿਖਾਉਣਾ ਸ਼ੁਰੂ ਕਰੋ, ਆਪੇ ਕਿਰਪਾ ਗੁਰੂ ਨਾਨਕ ਕਰਨਗੇ, ਤੁਹਾਨੂੰ ਆਪੇ ਸਾਰਾ ਇਤਿਹਾਸ ਆ ਜਾਵੇਗਾ। ਤੇ ਫਿਰ ਰਾਮ ਕੋਇਰ ਜੀ ਨੇ ਉਸ ਵੇਲੇ ਵਾਰਤਕ ਵਿੱਚ ਸਾਖੀਆਂ ਵਿੱਚ ਲਿਖਾਇਆ ਸੀਗਾ, ਜਿਨ੍ਹਾਂ ਸਾਖੀਆਂ ਨੂੰ ਲੈ ਕਰਕੇ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਇਹਨਾਂ ਨੇ ਛੰਦਾਬੰਦੀ ਵਿੱਚ ਕੀਤਾ। ਤੋ ਕਵੀ ਜੀ ਕਹਿੰਦੇ ਹਨ ਇਸ ਤਰ੍ਹਾਂ ਕਿੱਥੋਂ ਤੱਕ ਦੱਸਾਂ, ਕਹੋਂ ਕਹਾਂ ਲਗ ਮਾਚਿਓ ਜੰਗ, ਮੈਂ ਜੰਗ ਦਾ ਕੀ ਹਾਲ ਦੱਸਾਂ। ਦੋਨੇ ਪਾਸੇ ਬੰਦੂਕਾਂ ਚੱਲਣ ਲੱਗੀਆਂ ਜੀ। ਵੈ ਦਿਸ ਜਬ ਘੁਮਾਂਡਿਆ ਸੋਵਾ, ਚੜ ਸਤਿਗੁਰਪੁਰ ਚੌਦਿਸ਼ ਜੋਵਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਫਿਰ ਘੋੜੇ ਤੇ ਚੜ੍ਹ ਕੇ, ਜਦੋਂ ਦੋਨੇ ਪਾਸੇ ਇਦਾਂ ਬੰਦੂਕਾਂ ਚੱਲਣ ਲੱਗੀਆਂ। ਔਰ ਸਥਾਨ ਅਗਾਰੀ ਠਾਂਡੇ, ਸਿੰਘਨ ਸੰਗ ਕਹਿਓ ਨ ਗਾਡੇ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਇਸ ਨਗਰ ਦੇ ਦਰਵਾਜ਼ੇ ਕੋਲੇ ਪਹੁੰਚ ਗਏ ਤੇ ਸਿੰਘਾਂ ਨੂੰ ਕਹਿਣ ਲੱਗੇ, ਕਾਲੋ ਹੀਲ ਪਰ ਚਲ ਜਾਈਐ, ਅਰੇ ਸੋ ਕਾਟੋ ਤੂਰਨ ਲਈਐ। ਕਹਿਣ ਲੱਗੇ ਰੁਕਦੇ ਨਹੀਂਗੇ, ਮਾੜੀ ਜੀ ਗੱਲ ਤੇ ਇੰਨੀ ਗੱਲ ਵੱਧ ਗਈ ਆ, ਚਲੋ ਫਿਰ ਇਹਨਾਂ ਦਾ ਜਿਹੜਾ ਡਿਉੜੀ ਪੁਰਾਣੇ ਸਮਿਆਂ ਵਿੱਚ ਨਾ ਪਿੰਡ ਦੇ 4 ਛਪੇਰੇ ਕੰਧ ਕੱਢ ਕੇ ਉਹਨੂੰ ਗੇਟ ਲਾਏ ਜਾਂਦੇ ਸੀ, ਜਿੱਧਰ ਗਲੀਆਂ ਮੇਨ ਹੁੰਦੀਆਂ ਸਨ। ਤੇ ਇਸ ਪਾਸੇ ਵੀ ਇੱਕ ਦਰਵਾਜ਼ਾ ਪਿੰਡ ਦਾ, ਤੇ ਪਾਤਸ਼ਾਹ ਕਹਿੰਦੇ ਫਿਰ ਇਹਨਾਂ ਦੀ ਅੰਦਰ ਵੜੋ ਪਿੰਡ ਦੇ, ਜੇ ਨਹੀਂ ਰੁਕਦੇ ਤਾਂ ਚਲੋ ਅੰਦਰ ਚੱਲ ਕੇ ਫਿਰ ਜੰਗ ਕਰਾਂਗੇ। ਔਰ ਸਥਾਨ ਅਗਾਰੀ ਠਾਂਡੇ, ਸਿੰਘਨ ਸੰਗ ਕਹਿਓ ਨ ਗਾਡੇ। ਔਰ ਸਿੰਘ ਜਿਹੜੇ ਹਨ ਉਹਨਾਂ ਦੇ ਨਗਰ ਤੋਂ ਬਾਹਰ ਖੜੇ ਆ, ਇਹ ਕੰਧ ਦੀ ਅੰਦਰੋਂ ਪਾਸੋਂ ਛੱਤਾਂ ਦੇ ਉੱਤੋਂ ਗੋਲੀਆਂ ਚਲਾ ਰਹੇ ਨੇ। ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਦਾ ਗੇਟ ਖੋਲੋ ਤੇ ਅੰਦਰ ਚੱਲੋ। ਕਾਲੋ ਹੀਲ ਪਰ ਚਲ ਜਾਈਐ, ਅਰੇ ਸੋ ਕਾਟੋ ਤੂਰਨ ਲਈਐ। ਉਹ ਦਰਵਾਜ਼ੇ ਨੂੰ ਖੋਲ ਕੇ ਜਾਂ ਤੋੜ ਕੇ ਅੰਦਰ ਚੱਲੋ,
ਤੇ ਇਹਨਾਂ ਨੂੰ ਜਿਹੜੇ ਅੜਦੇ ਆ ਉਹਨਾਂ ਨੂੰ ਝਾੜ ਦਿਓ। ਸੁਣਤ ਖਾਲਸੇ ਤਜੀ ਤੁਫੰਗੈ ਮਾਰ ਮਾਰ ਕਰ ਸ਼ੁਰ ਉਤੰਗੈ। ਤੇ ਗੁਰੂ ਕੀਆਂ ਫੌਜਾਂ ਨੂੰ ਜਿਸ ਵੇਲੇ ਹੁਕਮ ਹੋਇਆ ਤੇ ਉਹਨਾਂ ਨੇ ਉਸੇ ਵੇਲੇ ਇਹਨਾਂ ਦਾ ਦਰਵਾਜ਼ਾ ਜਿਹੜਾ ਹੈ ਲੰਘ ਗਏ ਹਨ ਤੇ ਅੰਦਰ ਜਾ ਕੇ ਫਿਰ ਤਲਵਾਰਾਂ ਤੇ ਬੰਦੂਕਾਂ ਚੱਲਣ ਲੱਗੀਆਂ। ਐਚ ਮਿਆਨ ਤੇ ਲਈ ਕਿਰਪਾਨੈ ਦੋਰੇ ਪੌਰਸ ਮੁਖ ਕਰ ਹਾਨੈ। ਔਰ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਜਦੋਂ ਤਲਵਾਰਾਂ ਤੇ ਬੰਦੂਕਾਂ ਫੜ ਲਈਆਂ ਗੇਟ ਵੱਲ ਆ ਗਏ ਤੇ ਦਰਵਾਜ਼ੇ ਦੇ ਸਾਹਮਣੇ ਹੋ ਕੇ ਤਜ ਭਾਗੇ ਪੁਰ ਕੋਟ ਆਤੰਕੇ ਭਈ ਪ੍ਰਵੇਸ਼ ਸਿੰਘ ਬਰਬੰਕੇ। ਔਰ ਹੁਣ ਜਿਹੜਾ ਇਹਨਾਂ ਨੇ ਕਿਲਾ ਬਣਾਇਆ ਸੀ ਕੰਧ ਦੇ ਅੰਦਰਲੇ ਪਾਸੇ ਜਦ ਸਿੰਘ ਪਹੁੰਚੇ ਤੇ ਫਿਰ ਉਹ ਵੀ ਡਰਦੇ ਹੋਏ ਭੱਜ ਗਏ। ਲੂਟਣ ਲਗੇ ਨਗਰ ਕੋ ਫੀਰ ਭਾਜੇ ਪੁਰ ਜਨ ਡਰ ਕੋ ਹੀਰ। ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜੇ ਸਨ ਉਹ ਨਗਰ ਨਿਵਾਸੀ ਫਿਰ ਡਰਦੇ ਭੱਜ ਗਏ ਜਦ ਸਿੰਘ ਆ ਗਏ। ਉਤੋ ਦੁਰਗ ਤੈ ਭਈ ਮਵਾਸੀ ਰਹੇ ਬਿਹਿਰ ਸੋ ਕਰੇ ਬਿਨਾਸੀ। ਇਸ ਤਰ੍ਹਾਂ ਜਿਹੜਾ ਉਹਨਾਂ ਦਾ ਕਿਲਾ ਸੀਗਾ ਫਿਰ ਉਹ ਕਿਲੇ ਦੇ ਵਿੱਚ ਵੜ ਗਏ, ਉਸ ਵਿੱਚ ਪਨਾਹ ਲੈ ਲਈ। ਜਿਹੜੇ ਬਾਹਰ ਰਹਿ ਗਏ ਉਹਨਾਂ ਨੂੰ ਸਿੰਘਾਂ ਨੇ ਗੁਰੂ ਪਿਆਰਿਓ ਮਾਰ ਦਿੱਤਾ। ਦੁਰਗ ਚੋ ਗਿਰਦੇ ਘੇਰਾ ਡਾਰਾ ਲਿਉਟੋ ਸ਼ਹਿਰ ਜਹਾਂ ਕੇ ਸਾਰਾ। ਔਰ ਇਸ ਤਰ੍ਹਾਂ ਨਗਰ ਦੇ ਕਿਲੇ ਦੇ ਚਾਰ ਛਪੇਰੇ ਸਿੰਘਾਂ ਨੇ ਘੇਰਾ ਪਾ ਲਿਆ। ਕੀਰਤ ਮਿਸ਼ਟਾਨ ਅੰਨ ਪਟਕਨੇ ਧਨ ਤੇ ਆਦ ਜਿਤਕ ਜਿਸ ਬਣੇ। ਔਰ ਫਿਰ ਇਹਨਾਂ ਦੇ ਨਗਰ ਦੇ ਵਿੱਚੋਂ ਰਾਸ਼ਨ ਪਾਣੀ ਜਿਹੜਾ ਉਹ ਲਿਆਉਣਾ ਕੀਤਾ। ਕੋਟ ਕੋਟ ਕਰ ਸਿੰਘ ਅਗਾਏ ਦੁਰਗ ਚੋ ਗਿਰਦੇ ਪੁਨ ਸਮੁਦਾਏ। ਇਹ ਸਾਰੇ ਕਿਲੇ ਦੇ ਵਿੱਚ ਵੜ ਗਏ ਹਨ ਤੇ ਸਿੰਘਾਂ ਨੇ ਫਿਰ ਨਗਰ ਦੇ ਵਿੱਚੋਂ ਜਿੱਥੋਂ ਰਾਸ਼ਨ ਪਾਣੀ ਮਿਲਿਆ ਲੰਗਰ ਦਾ ਉਹ ਚੱਕ ਲਿਆਏ ਔਰ ਇਹ ਕਿਲੇ ਦੇ ਵਿੱਚ ਵੜ ਕੇ ਬੈਠ ਗਏ। ਨਿਕਸਨ ਯਾਰ ਪਰਵੇਸ਼ ਹੋਏ ਨਾਹੀ ਛੁੱਟੇ ਤਫੰਗ ਜੰਗ ਬਡਮਾਹੀ। ਔਰ ਉਸ ਕਿਲੇ ਦੇ ਵਿੱਚ ਨਾ ਵੜਿਆ ਜਾਂਦਾ ਨਾ ਹੁਣ ਉਹਨਾਂ ਤੋਂ ਨਿਕਲਿਆ ਜਾਂਦਾ। ਜਿਹੜੇ ਬਾਹਰ ਰਹਿ ਗਏ ਉਹ ਬਾਹਰ ਰਹਿ ਗਏ, ਜਿਹੜੇ ਅੰਦਰ ਚਲੇ ਗਏ ਉਹ ਅੰਦਰੋਂ ਬੰਦੂਕ ਚਲਾ ਰਹੇ ਐ। ਗਰੀਅਨ ਮੇ ਤੈ ਲੋਥ ਪਰੀ ਹੈ ਭਾਜੀ ਸਕਲ ਨਾ ਸੈਨ ਅਰੀ ਹੈ। ਇਸ ਤਰ੍ਹਾਂ ਗੁਰੂ ਕੀਆਂ ਸਿੰਘਾਂ ਅੱਗੇ ਹੁਣ ਉਹਨਾਂ ਦੀ ਫੌਜ ਨਹੀਂ ਅੜ ਸਕੀ, ਉਹ ਲੋਕ ਨਹੀਂ ਅੜ ਸਕੇ। ਗਲੀਆਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਵੱਡੇ ਕੱਟੇ ਪਏ ਐ। ਧਰਮ ਸਿੰਘ ਕੋ ਪ੍ਰਭ ਬੁਲਵਾਏ ਕਹਿਓ ਹੀਲ ਘਾਲੋ ਸਮਦਾਏ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਭਾਈ ਧਰਮ ਸਿੰਘ ਨੂੰ ਸੱਦਿਆ ਤੇ ਕਿਹਾ ਵੀ ਇਹਨਾਂ ਤੇ ਹਮਲਾ ਕਰੋ, ਇਹਨਾਂ ਤੋਂ ਕਿਲਾ ਛਡਾਓ। ਨਿਕਟ ਮੋਰਚੇ ਦਿਓ ਟੁਕਾਈ ਮਾਰੋ ਸ਼ਤਰਨ ਕੋ ਸਮਦਾਈ। ਕਿਲੇ ਦੇ ਨੇੜੇ ਪਹੁੰਚੋ ਇਹਨਾਂ ਦੇ, ਜੇ ਨਹੀਂ ਇਹ ਹਟਦੇ ਤਾਂ ਇਹਨਾਂ ਦੁਸ਼ਮਣਾਂ ਨੂੰ ਮਾਰਨਾ ਕਰੋ। ਸੁਣ ਕੇ ਧਰਮ ਸਿੰਘ ਤਬ ਗਿਓ ਦੁਰਗ ਚੋ ਗਿਰਦੇ ਵਿਚਰਤ ਪਿਓ। ਤੇ ਭਾਈ ਧਰਮ ਸਿੰਘ ਜੀ ਕਿਲੇ ਦੇ ਚਾਰ ਛਪੇਰੇ ਫਿਰ ਘੁੰਮ ਕੇ ਦੇਖਦਾ ਹੈ। ਸਗਰੀ ਕਾਤ ਹੀਰ ਕਰ ਆਚੈ ਹੀਲ ਕਰਨ ਕੋ ਚਿਤ ਮੇ ਬਾਛੇ। ਔਰ ਕਿਹੜੇ ਪਾਸਿਓਂ ਇਸ ਕਿਲੇ ਦੇ ਅੰਦਰ ਪ੍ਰਵੇਸ਼ ਕਰਕੇ ਹਮਲਾ ਕੀਤਾ ਜਾਵੇ, ਇਹ ਸਾਰੀ ਘਾਤ ਭਾਵ ਸਾਰੀ ਪੋਜੀਸ਼ਨ ਉਸ ਕਿਲੇ ਦੇ ਆਸੇ-ਪਾਸੇ ਘੁੰਮ ਕੇ ਦੇਖਣ ਲੱਗਿਆ। ਰਤਨ ਸਿੰਘ ਤਬ ਦੌਰਤ ਆਇਓ ਸ਼੍ਰੀ ਪ੍ਰਭ ਸੰਗ ਉਪਾਉ ਬਤਾਇਓ। ਤੇ ਇਹਨਾਂ ਵਿੱਚੋਂ ਇੱਕ ਰਤਨ ਸਿੰਘ ਨਾਮ ਦਾ ਬੰਦਾ ਆਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ। ਉਹ ਦੱਸਣ ਲੱਗਿਆ ਪੁੰਜ ਸਿੰਘ ਹੀਲੇ ਮੈਂ ਮਰੈ ਜਤਨ ਸੁਖੈਨ ਆਪ ਅਸ ਕਰੈ। ਮਾਰਾ ਕਈ ਸਿੰਘ ਹਮਲੇ ਵਿੱਚ ਮਰ ਜਾਣਗੇ, ਆਪ ਜੀ ਇੱਕ ਸੌਖਾ ਜਿਹਾ ਰਸਤਾ ਮੈਂ ਦੱਸਦਾ ਹਾਂ। ਇਹ ਪਰਬਤ ਸਿਰ ਤੋਪ ਚੜਾਵੋ ਤੈ ਥਿਰ ਕਰ ਗੋਰਾ ਚਲਵਾਵੋ। ਏਦਾਂ ਕਰੋ, ਇੱਧਰਲੀ ਪਹਾੜੀ ਉੱਚੀ ਲੱਗਦੀ ਹੈ ਕਿਲੇ ਤੋਂ, ਇਹਦੇ ਉੱਤੇ ਤੋਪ ਚੜਾ ਲਓ ਤੇ ਕਿਲੇ ਦੇ ਵਿੱਚ ਗੋਲਾ ਮਾਰੋ। ਅੰਤਰ ਲਗੇ ਜਾਏ ਕਰ ਜਬੈ ਡਰ ਤਰ ਨਿਕਸ ਜਾਹਿ ਰਿਸ ਸਬੈ। ਤੇ ਜਦੋਂ ਇੱਕ ਦੋ ਗੋਲੇ ਉਹਨਾਂ ਦੇ ਕਿਲੇ ਦੇ ਵਿੱਚ ਵੱਜੇ ਤੇ ਫਿਰ ਡਰਦੇ ਕਿਲੇ ਚੋਂ ਬਾਹਰ ਭੱਜਣਗੇ। ਸੁਣ ਸਤ ਗੁਰ ਆਛੀ ਵਿਦਮਾਨੀ ਤੋਪ ਚੜਾਵੋ ਸਬਨ ਬਖਾਨੀ। ਪਾਤਸ਼ਾਹ ਕਹਿੰਦੇ ਠੀਕ ਹੈ, ਇਹ ਪਹਾੜੀ ਉੱਚੀ ਆ ਕਿਲੇ ਤੋਂ, ਇਹਦੇ ਉੱਤੇ ਆਪਣੀ ਤੋਪ ਲੈ ਕੇ ਚੱਲੋ। ਤਬੇ ਖਾਲਸਾ ਮਿਲ ਕਰ ਚਾਲਾ ਲਈ ਤੋਪ ਚੜ ਗਿਰ ਤਤਕਾਲਾ। ਔਰ ਸਿੰਘਾਂ ਨੇ ਧੱਕੇ ਲਾ ਲਾ ਕੇ ਉਸ ਤੋਪ ਨੂੰ ਕਿਲੇ ਦੇ ਉੱਤੇ ਲਿਜਾਣਾ ਕੀਤਾ ਹੈ। ਬੈਲੀ ਡਾਰ ਕਸਿਓ ਜਬ ਗੋਰਾ ਬਾਦੀ ਸ਼ਿਸ਼ਤ ਪੌਰ ਕੀ ਔਰਾ। ਥੈਲੀ ਡਾਰ ਭਾਵ ਥੈਲੀ ਦੇ ਵਿੱਚ ਬਰੂਦ ਪਾਇਆ ਹੋਇਆ ਔਰ ਤੋਪ ਦੇ ਜਿਹੜਾ ਪੋਰ ਹੁੰਦਾ ਉਹਦੇ ਵਿੱਚ ਗੋਲਾ ਪਾਇਆ ਹੈ, ਬਰੂਦ ਪਾਇਆ ਅਤੇ ਫਿਰ
ਨਿਸ਼ਾਨਾ ਬਿੰਨਿਆ ਕਿਲੇ ਦੇ ਅੰਦਰ ਦਾ। ਪਾਏ ਬਰੂਦਾ ਗਨ ਤਬ ਲਾਈ ਧੋਖਿਓ ਪਲੀਤਾ ਵੱਡ ਕਰ ਜਾਈ। ਔਰ ਉਸ ਨੂੰ ਅਗਨ ਦਿੱਤੀ ਹੈ, ਪਲੀਤਾ ਲਾਇਆ ਹੈ। ਜਦੋਂ ਧੁਖਿਆ ਬਰੂਦ ਮਾਨੋ ਗਾਜ ਗਿਰ ਕਰੀ ਆਵਾਜ਼ ਸੁਨ ਰਿਪ ਕੋ ਧੀਰਜ ਉਰ ਭਾਜ। ਮਾਨੋ ਜਿਵੇਂ ਆਕਾਸ਼ੀ ਬਿਜਲੀ ਡਿੱਗ ਪਈ ਹੋਵੇ, ਐਦਾਂ ਗੋਲਾ ਜਾ ਕੇ ਕਿਲੇ ਦੇ ਵਿੱਚ ਵੱਜਿਆ ਤੇ ਦੁਸ਼ਮਣਾਂ ਦਾ ਧੀਰਜ ਟੁੱਟ ਗਿਆ। ਗੋਰਾ ਲਗਿਓ ਪੌਰ ਮਹਿ ਜਾਈ ਪੁਨ ਕਸ ਕਰ ਤਤਕਾਲ ਚਲਾਈ। ਤੇ ਇਸ ਤਰ੍ਹਾਂ ਉਸ ਗੋਲੇ ਨੇ ਜਾ ਕੇ ਇਹਨਾਂ ਦਾ ਗੇਟ ਭੰਨ ਦਿੱਤਾ ਹੈ। ਇਸੀ ਰੀਤ ਗੋਰੇ ਦਵੈਚਾਰੇ ਪੌਰ ਬਿਕੇ ਕੇ ਵਿੱਚ ਪਟ ਮਾਰੇ। ਜਿਹੜੇ ਡਿਉੜੀ ਵਿੱਚ ਖੜੇ ਸੀ ਉਹਨਾਂ ਦੇ ਫੌਜੀ, ਉਹਨਾਂ ਨੂੰ ਸਿੰਘਾਂ ਨੇ ਮਾਰ ਦਿੱਤਾ। ਬਿਰਤਕ ਦੇਖ ਕਰ ਉਪਜੋ ਤਰਾਸਾ ਲਖਿਓ ਕੇ ਸਭ ਕੋ ਹੋਏ ਬਿਨਾਸਾ। ਜਦੋਂ ਉਹਨਾਂ ਨੇ 5-4 ਬੰਦੇ ਇਸ ਤਰ੍ਹਾਂ ਤੋਪ ਦੇ ਗੋਲਿਆਂ ਨਾਲ ਮਾਰੇ ਗਏ ਤੇ ਉਹ ਡਰ ਗਏ ਵੀ ਇਸ ਤਰ੍ਹਾਂ ਤਾਂ ਸਾਰੇ ਮਰ ਜਾਣਗੇ। ਲਾ ਘਾਲਣ ਤੇ ਹੱਥ ਧੀਰ ਉੱਪਰ ਚੜੇ ਪਰਮਾਇਓ ਚੀਰ। ਔਰ ਇਹਨਾਂ ਨੇ ਫਿਰ ਆਪਣੇ ਆਪ ਨੂੰ ਸਿਲੰਡਰ ਕਰਨਾ ਕੀਤਾ। ਚੀਰ ਕਹਿੰਦੇ ਆ ਕੱਪੜੇ ਨੂੰ, ਤੇ ਚਿੱਟੇ ਰੰਗ ਦਾ ਕੱਪੜਾ ਇਹਨਾਂ ਨੇ ਕਿਲੇ ਦੇ ਉੱਤੇ ਚੱਕ ਕੇ ਹਿਲਾ ਦਿੱਤਾ ਵੀ ਅਸੀਂ ਲੜਨਾ ਨਹੀਂ ਚਾਹੁੰਦੇ, ਤੁਸੀਂ ਬੰਦ ਕਰ ਦਿਓ। ਕੋ ਸਤਨਾਮ। ਇਹ ਨਿਸ਼ਾਨੀ ਹੁੰਦੀ ਹੈ ਚਿੱਟੇ ਝੰਡੇ ਦੀ ਵੀ ਅਸੀਂ ਲੜਾਈ ਬੰਦ ਕਰਦੇ ਹਾਂ ਤੇ ਤੁਸੀਂ ਵੀ ਬੰਦ ਕਰੋ। ਇਹਨਾਂ ਨੇ ਕਿਲੇ ਦੇ ਉੱਤੇ ਚੜ੍ਹ ਕੇ ਚਿੱਟੇ ਰੰਗ ਦਾ ਕੱਪੜਾ ਜਿਹੜਾ ਹੈ ਉਹ ਲਹਿਰਾਉਣਾ ਕੀਤਾ ਝੰਡੇ ਦੀ ਤਰ੍ਹਾਂ। ਬਾਦੜੀ ਛੰਦ ਰੱਖ ਲਿਓ ਗੁਰੂ ਦਿਓ ਜੀਵਦਾਨ ਹਮ ਨਿਕਸ ਜਾਏ ਜੇ ਬਚੇ ਪ੍ਰਾਨ। ਔਰ ਨਾਲੇ ਉੱਚੀ ਕਹਿੰਦੇ ਆ ਸਾਨੂੰ ਛੱਡ ਦਿਓ, ਸਾਡੀ ਜੀਵਨ ਦਾਨ ਦੇ ਦਿਓ, ਜਿਹਨੇ ਮਰ ਗਏ ਸਾਨੂੰ ਛੱਡ ਦਿਓ, ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਆ, ਸ਼ਰਨ ਪੈਂਦੇ ਹਾਂ। ਇਮ ਸੁਣੀ ਖਾਲਸੇ ਅਰਜ ਦੀਨ ਲੀਨੇ ਨਿਕਾਸ ਪੁਨ ਜਾਣ ਦੀਨ। ਤੋ ਸਿੰਘਾਂ ਨੇ ਗੋਲੇ ਚਲਾਉਣੇ ਬੰਦ ਕਰਤੇ ਤੇ ਉਹਨਾਂ ਨੂੰ ਕਹਿਤਾ ਫਿਰ ਆ ਜਾਓ ਹੱਥ ਖੜੇ ਕਰਕੇ ਗੇਟ ਤੋਂ ਬਾਹਰ। ਗਾਡ ਨਗਰ ਮਾਰ ਫਿਰ ਦੁਰਗ ਚੀਨ ਗਨ ਸੋਜ ਅਨਕ ਸਭ ਲੂਟ ਲੀਨ। ਤੋ ਇਹਨਾਂ ਤੋਂ ਕਿਲਾ ਵੀ ਖੋਲਿਆ, ਕਿਲਾ ਖਾਲੀ ਕਰਾ ਲਿਆ ਹੈ ਤੇ ਇਹਨਾਂ ਨੂੰ ਸਤਿਗੁਰਾਂ ਦੇ ਕੋਲ ਲਿਆਂਦਾ ਹੈ। ਇੱਕ ਸਿੰਘ ਗੁਰੂ ਡਿਗ ਜਾਏ ਧਾਈ ਸਭ ਕਹੀ ਖਬਰ ਜਿਮ ਜੀਤ ਪਾਏ। ਇੱਕ ਸਿੰਘ ਨੇ ਜਾ ਕੇ ਦੱਸਿਆ ਮਹਾਰਾਜ ਉਹਨਾਂ ਨੇ ਹਾਰ ਮੰਨ ਲਈ ਹੈ, ਉਹ ਕਹਿੰਦੇ ਸਾਨੂੰ ਛੱਡ ਦਿਓ। ਪ੍ਰਭ ਵਿਖੇ ਦੁਰਗ ਪਰਖਾ ਵਿਸਾਲ ਵਿੱਚ ਕੂਪ ਲੜਨ ਕੀ ਸੌਜ ਜਾਲ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਲੇ ਦੇ ਅੰਦਰ ਜਾ ਕੇ ਵੇਖਦੇ ਹਨ, ਇੱਕ ਖੂਹ ਵੀ ਵਿੱਚ ਹੈ, ਯੁੱਧ ਵਾਸਤੇ ਪਾਣੀ ਦੀ ਲੋੜ ਵਾਸਤੇ ਇੰਤਜ਼ਾਮ ਪੂਰਾ ਹੈ। ਬਹੁਤ ਅਨਾਜ, ਘਿਓ, ਮਿੱਠਾ, ਕੱਪੜੇ ਆਦਿ ਕਿਲੇ ਦੇ ਵਿੱਚ ਇਹਨਾਂ ਨੇ ਪਹਿਲਾਂ ਇਕੱਠੇ ਕੀਤੇ ਹੋਏ ਹੈ। ਅਸਲ ਦੇ ਵਿੱਚ ਇਹ ਲੜਾਕੂ ਬੰਦੇ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਫੌਜਾਂ ਨੂੰ ਦੇਖ ਕੇ ਸੋਚਿਆ ਵੀ ਇਹ ਸ਼ਾਇਦ ਕੋਈ ਲੁਟੇਰੇ ਹੋਣਗੇ ਜਾਂ ਕਿਸੇ ਇਲਾਕੇ ਦਾ ਕੋਈ ਰਾਜਾ ਹੋਵੇਗਾ ਤੇ ਸਾਨੂੰ ਲੁੱਟ ਲੈਣਗੇ। ਤੋ ਇਸ ਕਰਕੇ ਜਦੋਂ ਪਾਤਸ਼ਾਹ ਜੀ ਨੇ ਇਹਨਾਂ ਦਾ ਕਿਲਾ ਖਾਲੀ ਕਰਾ ਕੇ ਵਿੱਚੋਂ ਜਾ ਕੇ ਵੇਖਿਆ ਤੇ ਵਿੱਚ ਲੜਨ ਦਾ ਬਹੁਤ ਇੰਤਜ਼ਾਮ ਸੀ। ਬਹਾਨ ਕ੍ਰਿਤ ਮਿਸ਼ਟਾਨ ਚੀਰ ਸਭ ਕੇ ਤਿਆਗ ਡਰ ਧਾਰ ਪੀਰ। ਔਰ ਜਿਹੜਾ ਅੰਦਰ ਇਹਨਾਂ ਨੇ ਅਨਾਜ, ਘਿਓ ਆਦਿ ਹੋਰ ਸਮਾਨ ਇਕੱਤਰ ਕੀਤਾ ਸੀਗਾ ਉਹ ਸਭ ਛੱਡ ਕੇ ਭੱਜ ਗਏ ਜੀ। ਸੁਨ ਦਿਆ ਸਿੰਘ ਸੈਦਵ ਮਗਾਹੇ ਹੋਏ ਕਰ ਅਰੋਹ ਤਿਤ ਦਿਸ਼ ਚਲਾਏ। ਇਹ ਸੁਣ ਕੇ ਕਿਰਪਾ ਦੇ ਸਾਗਰ ਭਾਵ ਸਤਿਗੁਰ ਜੀ ਨੇ ਆਪਣਾ ਘੋੜਾ ਮੰਗਵਾਇਆ ਤੇ ਘੋੜੇ ਦੇ ਉੱਪਰ ਸਵਾਰ ਹੋ ਕੇ ਉਸ ਪਾਸੇ ਵੱਲ ਚੱਲ ਪਏ। ਇੱਕ ਧਰਮ ਸਿੰਘ ਬਰ ਬੀਰ ਸੰਗ ਤਜ ਸਿਵਰ ਚਲੇ ਜਿਤ ਦੁਰਗ ਭੰਗ। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਭਾਈ ਧਰਮ ਸਿੰਘ ਹੈ ਤੇ ਉਧਰ ਚਲੇ ਗਏ ਜਿਹੜੇ ਪਾਸਿਓਂ ਕਿਲਾ ਤੋੜਿਆ ਸੀ। ਕੇਤਕ ਦੂਰ ਜਬ ਕੇ ਪਿਆਨ ਨਗਰੀ ਬਗੌਰ ਭੂਪਤ ਮਹਾਨ। ਜਦੋਂ ਇਸ ਨਗਰ ਦੇ ਵਿੱਚ ਚਲੇ ਗਏ ਤੇ ਪਤਾ ਲੱਗਿਆ ਵੀ ਇਸ ਨਗਰ ਦਾ ਰਾਜਾ ਹੈ ਜਿਹੜਾ ਬੜਾ ਤਕੜਾ ਕਹਾਉਂਦਾ ਸੀ ਆਪਣੇ ਆਪ ਨੂੰ। ਸੋ ਹੁਤੋ ਵਿਹੀਰ ਸੁਧ ਸੁਣ ਧਿਆਏ ਡੇਰਾ ਨਿਹਾਰ ਉਰ ਮੈ ਰਿਸਾਏ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਉਸ ਕਿਲੇ ਦੇ ਕੋਲ ਲੈ ਕੇ ਸਿੰਘਾਂ ਨੂੰ ਚਲੇ ਗਏ ਤੇ ਉਸ ਰਾਜੇ ਨੂੰ ਪਤਾ ਲੱਗਿਆ ਬਈ ਇਹ ਸਾਡੇ ਨਗਰ ਦੇ ਵਿੱਚ ਆ ਗਏ ਹਨ ਤੇ ਉਹ ਗੁੱਸੇ 'ਚ ਆ ਗਿਆ। ਤਬ ਪਰਿਓ ਧਾਈ ਤਜ ਸਰ ਤੁਫੰਗ ਕੁਛ ਹੁਤੇ ਸਿੰਘ ਕੀਤਾ ਤੀਨ ਜੰਗ। ਤਾਂ ਰਾਜੇ ਨੇ ਸੋਚਿਆ ਕਿ ਮੈਂ ਇਹਨਾਂ ਨੂੰ ਭਜਾ ਦੇਵਾਂ ਤੇ ਇਸ ਨੇ ਆ ਕੇ ਸਿੰਘਾਂ ਦੇ ਨਾਲ ਬੰਦੂਕ ਦੇ ਰਾਹੀਂ ਲੜਾਈ ਕੀਤੀ ਆ। ਦੋਏ ਦਿਸ਼ਨ ਬਕਾਰਾ ਮਾਰ ਮਾਰ ਮਰ ਗਏ ਕਿਤਕ ਗਿਰ ਗਏ ਸੁਮਾਰ। ਉਹ ਰਾਜਾ ਜਿਹੜਾ ਸੀਗਾ ਉਹ ਫੌਜ ਲੈ ਕੇ ਆ ਗਿਆ, ਹੁਣ ਗੁਰੂ ਕੇ ਸਿੰਘਾਂ ਦੇ ਨਾਲ ਲੜਾਈ ਕਰਨ ਲੱਗੇ ਆ। ਮਾਰਾ ਬਕਾਰਾ ਭਾਵ ਲਲਕਰੇ ਮਾਰਨ ਲੱਗੇ ਇੱਕ ਦੂਜੇ ਨੂੰ ਮਾਰਨ ਵਾਸਤੇ।
ਔਰ ਇਸ ਤਰ੍ਹਾਂ ਦੋਨੇ ਪਾਸਿਆਂ ਦੇ ਬਹੁਤ ਸਾਰੇ ਸਿਪਾਹੀ, ਇਧਰੋਂ ਸਿੰਘ ਤੇ ਉਧਰੋਂ ਰਾਜੇ ਦੇ ਬੰਦੇ ਮਾਰੇ ਗਏ। ਵੱਡ ਪਰਿਓ ਰੋਰ ਗੁਰ ਸੁਣਤ ਕਾਨ, ਹਟ ਪਰੇ ਤੁਰਤ ਬਨ ਸਾਵਧਾਨ। ਜਦੋਂ ਬਹੁਤ ਵੱਡਾ ਰੌਲਾ ਪੈ ਗਿਆ ਗੁਰੂ ਪਿਆਰਿਓ, ਗੁਰੂ ਜੀ ਨੇ ਜਦ ਸੁਣਿਆ ਕੰਨਾਂ ਦੇ ਨਾਲ ਤਾਂ ਉਹ ਪਿੱਛੇ ਹਟ ਆਏ ਅਤੇ ਸਾਵਧਾਨ ਹੋ ਗਏ। ਇੱਕ ਧਰਮ ਸਿੰਘ ਭੱਟ ਸੰਗ ਜਾਏ, ਦੇਖਿਓ ਲਰਤ ਬਗੌਰ ਰਾਏ। ਔਰ ਧਰਮ ਸਿੰਘ ਵੀ ਸਤਿਗੁਰਾਂ ਦੇ ਨਾਲ ਹੈ, ਜਿਸ ਨੇ ਵੇਖਿਆ ਕਿ ਅਸਲ ਵਿੱਚ ਇਹ ਬਗੌਰ ਦਾ ਰਾਜਾ ਲੜਾਈ ਕਰ ਰਿਹਾ ਹੈ। ਉਤ ਹੁਤੀ ਰਾਵ ਅਸਵਾਰ ਦੋਏ, ਇਤ ਗੁਰੂ ਧਰਮ ਸਿੰਘ ਸੰਗ ਜੋਏ। ਉਧਰ ਰਾਜਾ ਸੀ ਤੇ ਨਾਲ ਉਹਦੇ ਦੋ ਹੋਰ ਸੀ ਸਿਪਾਹੀ, ਇਧਰ ਗੁਰੂ ਸਾਹਿਬ ਦੇ ਨਾਲ ਧਰਮ ਸਿੰਘ ਸੀ। ਪੈਦਲ ਸਮੂਹ ਦੋਨੋਂ ਦਿਸ਼ਾਨ, ਛੁੱਟੇ ਤੁਫੰਗ ਤੀਖਨ ਸੋਬਾਨ। ਔਰ ਫਿਰ ਕੁਝ ਫੌਜ ਸੀ ਪੈਦਲ, ਉਧਰ ਰਾਜਾ ਸੀ ਘੋੜੇ ਤੇ, ਰਾਜੇ ਨਾਲ ਦੋ ਬੰਦੇ ਹੋਰ ਸੀ ਆਪੇ ਆਪਣੇ ਘੋੜਿਆਂ ਤੇ ਉਹਦੇ ਨਾਲ ਪੈਦਲ ਫੌਜ ਸੀ। ਇਧਰ ਗੁਰੂ ਕੇ ਸਿੰਘਾਂ ਦੀ ਫੌਜ ਸੀ। ਇਸ ਤਰ੍ਹਾਂ ਇਹਨਾਂ ਦੀ ਲੜਾਈ ਹੋਣ ਲੱਗੇ। ਸਤ ਗੁਰੂ ਕਹਿਓ ਸੁਨ ਧਰਮ ਸਿੰਘ, ਰਣ ਜਾਓ ਅਗਰ ਬਨ ਰੂਪ ਸਿੰਘ। ਪਾਤਸ਼ਾਹ ਕਹਿੰਦੇ ਜਾ ਧਰਮ ਸਿੰਘ ਸ਼ੇਰ ਬਣ ਕੇ ਜਾ ਅੱਗੇ। ਉਤ ਦੋਏ ਤੇ ਹਮ ਦੋਏ ਜਾਨ, ਇਕ ਸੰਗ ਏਕ ਪਿਰ ਹੈ ਮਹਾਨ। ਔਰ ਉਧਰ ਵੀ ਦੋ ਹੈ ਤੇ ਆਪਾਂ ਵੀ ਦੋ ਹੈ ਤੇ ਕੱਲੇ ਕੱਲੇ ਦੀ ਕੱਲੇ ਨਾਲ ਲੜਾਈ ਹੋਣੀ ਚਾਹੀਦੀ ਆ। ਸੁਨ ਧਰਮ ਸਿੰਘ ਹੈ ਕੋ ਤਵਾਈ, ਰਣ ਸੁਮੁਖ ਗਿਓ ਰਿਪ ਹਤਨ ਚਾਈ। ਤੇ ਧਰਮ ਸਿੰਘ ਨੇ ਘੋੜੇ ਨੂੰ ਲਾਈ ਅੱਡੀ, ਰਾਜੇ ਦੇ ਵੱਲ ਗਿਆ। ਉੱਚੇ ਪੁਕਾਰ ਲੀਨੋ ਹਕਾਰ, ਇਤ ਆਓ ਆਪਣੋ ਕਰੋ ਵਾਰ। ਉਹ ਲਲਕਰਾ ਮਾਰਿਆ ਸਿੰਘ ਨੇ, ਉਹ ਰਾਜੇ ਇੱਧਰ ਆ ਮੇਰੇ ਨਾਲ ਜੰਗ ਕਰ ਮੇਰੇ ਤੇ ਵਾਰ। ਮੈਂ ਹੁਤੋ ਕਿਦੋ ਅਬਲਿਓ ਸੰਭਾਰਾ, ਸੁਨ ਪਿਓ ਸਮੁਖ ਸਰ ਕੋ ਨਿਕਾਰ। ਸੰਭਲ ਜਾ ਨਹੀਂ ਤਾਂ ਮੇਰਾ ਤੀਰ ਆਉਂਦਾ। ਤੇ ਇਹਨਾਂ ਕਹਿੰਦੇ ਆ ਧਰਮ ਸਿੰਘ ਨੇ ਪੱਥੇ ਚੋਂ ਤੀਰ ਕੱਢਿਆ। ਘਰ ਤਨੁਕ ਵਿਖਿਆ ਚਿਓ ਸਜੋਰ, ਕਰ ਹੁਤੋ ਭੋਰ ਦੀਨੋ ਸੋ ਛੋਰ। ਔਰ ਬੜਾ ਤਿੱਖਾ ਤੀਰ ਹੈ, ਕਮਾਨ ਦੇ ਵਿੱਚ ਚੜਾਇਆ ਹੈ ਤੇ ਬਿਨ ਕੇ ਨਿਸ਼ਾਨਾ ਜਿਹੜਾ ਹੈ ਚਲਾ ਦਿੱਤਾ। ਇੱਕ ਧਰਮ ਸਿੰਘ ਹੈ ਕੋ ਚਲਾਏ, ਖਰ ਤੀਰ ਸਮੁਖ ਤੇ ਤਨ ਬਚਾਏ। ਉਧਰੋਂ ਰਾਜੇ ਨੇ ਆਪਣਾ ਤੀਰ ਕੱਢਿਆ ਧਰਮ ਸਿੰਘ ਦੇ ਵੱਲ, ਤੇ ਧਰਮ ਸਿੰਘ ਨੇ ਤੀਰ ਆਉਂਦਾ ਦੇਖ ਕੇ ਆਪਣਾ ਘੋੜਾ ਹਿਲਾਇਆ। ਆਪਨੋ ਕਤੰਗ ਲੀਨੋ ਨਿਕਾਰ, ਵਿੱਚ ਪੰਚ ਫੋਕ ਧਰ ਕੇ ਸੁਧਾਰ। ਤੇ ਉਹਦਾ ਤੀਰ ਜਿਹੜਾ ਖਾਲੀ ਟੱਪ ਗਿਆ ਧਰਮ ਸਿੰਘ ਦੇ ਕੋਲ ਦੀ। ਧਰਮ ਸਿੰਘ ਨੇ ਤੁਰੰਤ ਹੀ ਆਪਣੇ ਪੱਥੇ ਚੋਂ ਤੀਰ ਕੱਢ ਕੇ ਚੜਾਇਆ। ਐਚਿਤ ਸ਼ਿਤਾਬ ਰਿਪ ਕੇ ਪ੍ਰਹਾਰ, ਲੱਗ ਗਿਓ ਰਿਦੇ ਪ੍ਰਵੇਸ਼ਿਓ ਮਝਾਰ। ਤੇ ਧਰਮ ਸਿੰਘ ਦਾ ਤੀਰ ਜਿਹੜਾ ਹੈ ਉਸ ਰਾਜੇ ਦੀ ਛਾਤੀ ਵੀ ਜਾ ਵੱਜਿਆ। ਐ ਤਰੇ ਗਿਰਿਓ ਖਪਰਾ ਲਗੰਤ, ਛਿਨ ਬਿਕੇ ਪਰਿਓ ਚਿਤ ਪ੍ਰਾਣ ਹੰਤ। ਇਸ ਤਰ੍ਹਾਂ ਉਹ ਘੋੜੇ ਤੋਂ ਡਿੱਗ ਪਿਆ, ਖਪਰਾ ਤੀਰ ਚੌੜਾ ਤੀਰ ਛਾਤੀ ਨੂੰ ਪਾੜ ਗਿਆ। ਇੱਕ ਭੂਪ ਕੋਪ ਕੇ ਆਏ ਤਾਏ, ਗੁਰ ਸੁਮੁਖ ਬਾਨ ਪੈਨੇ ਚਲਾਏ। ਔਰ ਰਾਜੇ ਦੇ ਨਾਲ ਦਾ ਬੰਦਾ ਜਿਹੜਾ ਸੀ ਉਹ ਮਾਰਿਆ ਗਿਆ, ਡਿੱਗ ਪਿਆ। ਰਾਜੇ ਨੂੰ ਗੁੱਸਾ ਆ ਗਿਆ, ਉਸ ਨੇ ਗੁਰੂ ਸਾਹਿਬ ਦੇ ਵੱਲ ਤੀਰ ਚਲਾਉਣਾ ਕੀਤਾ ਤਿੱਖਾ। ਘੋਰਾ ਫਦਾਏ ਇਤ ਉਤ ਫਿਰੰਤ, ਨਿਜ ਭਟਨ ਪ੍ਰੇਰ ਜੋ ਕੋ ਚਹੰਤ। ਔਰ ਗੁਰੂ ਪਿਆਰਿਓ ਉਸ ਦਾ ਇੱਕ ਸਾਥੀ ਸਿਪਾਹੀ ਨਾਲ ਹੈ, ਰਾਜੇ ਦੇ ਵੱਲ ਤੀਰ ਚੱਲੇ ਤੇ ਰਾਜਾ ਵੀ ਗੁਰੂ ਸਾਹਿਬ ਦੇ ਵੱਲ ਤੀਰ ਚਲਾਉਂਦਾ ਹੈ ਤੇ ਘੋੜਿਆਂ ਨੂੰ ਹਿਲਾ ਕੇ ਆਪਣੇ ਆਪ ਨੂੰ ਬਚਾਉਂਦੇ ਐ। ਸਿਰ ਮੋਰ ਭਟਨ ਕੇ ਧਨ ਸੰਭਾਰ, ਤਤਕਾਲ ਤੀਰ ਭਾਥਾ ਨਿਕਾਰ। ਸੂਰਬੀਰਾਂ ਦੇ ਸ਼੍ਰੋਮਣੀ ਮਤਲਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਫਿਰ ਇਹਨਾਂ ਨੇ ਜੋਸ਼ ਵਿੱਚ ਆ ਕੇ ਆਪਣਾ ਤੀਰ ਕੱਢਿਆ ਪੱਥੇ ਚੋਂ ਅਤੇ ਕਮਾਨ ਤੇ ਚੜਾਇਆ। ਕਰ ਐਚ ਕਾਨ ਲਗ ਛੋਰ ਦੀਨਾ, ਹੱਥ ਭਾਰ ਬਿਕੇ ਸੋ ਮਾਰ ਲੀਨਾ। ਔਰ ਸਤਿਗੁਰਾਂ ਦਾ ਤੀਰ ਜਿਹੜਾ ਹੈ ਗੁਰੂ ਪਿਆਰਿਓ ਰਾਜੇ ਦੇ ਮੱਥੇ ਵੀ ਜਾ ਵੱਜਿਆ। ਜਬ ਦੋਹਨ ਪ੍ਰਾਨ ਤਿਆਗੀ ਨਿਹਾਰ, ਸਭ ਤਜੀ ਚੌਮੰਗ ਨੇ ਤੀਰ ਧਾਰ। ਤੇ ਜਦੋਂ ਰਾਜਾ ਮਰ ਗਿਆ ਤੇ ਫਿਰ ਫੌਜਾਂ ਕਿਹਦੇ ਸਹਾਰੇ ਲੜਨ, ਤੇ ਜਿਹੜੀਆਂ ਉਹਦੀਆਂ ਫੌਜਾਂ ਸੀ ਡਰਦੀਆਂ ਪੁੱਠੀਆਂ ਭੱਜੀਆਂ ਹਨ। ਬਾਜੇ ਬਲੋਕ ਬਰਜੇ ਕਿਰਪਾਲ, ਇਨ ਹੱਥੋਂ ਨਹਿ ਤਜ ਜੰਗ ਛਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਨੂੰ ਭੱਜਦੇ ਵੇਖ ਕੇ ਆਪਣੇ ਸਿੰਘਾਂ ਨੂੰ ਭੱਜਦਿਆਂ ਨੂੰ ਰੋਕਦੇ ਆ, ਕਹਿੰਦੇ ਨਹੀਂ ਛੱਡ ਦਿਓ ਇਹਨਾਂ ਨੂੰ, ਜਾਣ ਦਿਓ, ਹੁਣ ਨਹੀਂ ਇਹ ਮਾਰਨੇ। ਦੀਨੇ ਹਟਾਏ ਗੁਰ ਸਿੰਘ ਜਾਲ, ਸਭ ਸਿਵਰ ਬਿਕੇ ਕਰਕੇ ਸੰਭਾਲ। ਔਰ ਇਸ ਤਰ੍ਹਾਂ ਆਪਣੇ ਸਿੰਘਾਂ ਨੂੰ ਪਾਤਸ਼ਾਹ ਨੇ ਪੁੱਠਾ ਮੋੜਿਆ ਤੇ ਵਾਪਸ
ਆਪਣੇ ਸ਼ਿਵਰ ਭਾਵ ਪੜਾ ਤੇ ਤੰਬੂ ਵਿੱਚ ਆ ਗਏ। ਬਗੌਰ ਨਾਥ ਮਗ ਜੁਦ ਮਾਰ ਪੁਰ ਲੂਟ ਲੀਨ ਗੱਡ ਦੁਰਗਦਾਰ। ਇਸ ਤਰ੍ਹਾਂ ਬਗੌਰ ਨਾਥ ਭਾਵ ਬਗੌਰ ਦਾ ਰਾਜਾ ਜੰਗ ਵਿੱਚ ਮਾਰਿਆ ਗਿਆ ਤੇ ਇਹਨਾਂ ਦਾ ਸਾਜੋ ਸਮਾਨ ਜਿਹੜਾ ਹੈ ਸਿੰਘਾਂ ਨੇ ਫਿਰ ਚੱਕ ਲਿਆਂਦਾ। ਹਿਮ ਬੀਜੇ ਕੀਨ ਤਿਸ ਦੇਸ਼ ਵਿੱਚ ਜਸ ਕਰਤ ਸਕਲ ਨਰ ਊਚ ਨੀਚ। ਇਉਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਲੜਾਈ ਬਗੌਰ ਹੋਈ ਹੈ ਗੁਰੂ ਪਿਆਰਿਓ। ਤੇ ਜਿਹੜੇ ਲੋਕ ਹਨ ਇਹ ਵੇਖ ਕਰਕੇ ਜਿੱਤ ਨੂੰ ਜੰਗ ਨੂੰ ਗੁਰੂ ਦੀਆਂ ਸਿਫਤਾਂ ਕਰਦੇ ਹਨ। ਕਰ ਦਿਓ ਕੂਚ ਡੇਰਾ ਕਿਰਪਾਲ ਨਿਜ ਸੋ ਭੱਟ ਸਭਨ ਕੀ ਕਰ ਸੰਭਾਲ। ਆਪਣੇ ਸਿਪਾਹੀਆਂ ਨੂੰ ਸੰਭਾਲ ਕੇ ਜ਼ਖਮੀਆਂ ਨੂੰ ਠੀਕ ਕਰਕੇ ਤੇ ਹੋਰ ਦੂਜੇ ਸ਼ਹੀਦਾਂ ਨੂੰ ਸੰਭਾਲ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚਲੋ ਵੀ ਪੜਾ ਅੱਗੇ ਲੈ ਚੱਲੋ ਹੁਣ। ਗੁਰ ਕਹੀ ਖਾਲਸੇ ਸਨ ਸੁਨਾਏ ਅਬਰਨ ਸੁਲਤਾਨੀ ਕੋ ਕਰਾਏ। ਚਲੋ ਚੱਲੀਏ ਸਿੰਘੋ ਹੁਣ ਇੱਥੋਂ ਚੱਲੀਏ ਹੁਣ ਬਾਦਸ਼ਾਹੀਆਂ ਦਾ ਯੁੱਧ ਕਰਵਾਵਾਂਗੇ। ਕਰ ਹਾਰ ਜੀਤ ਸਗਰੋ ਨਿਹਾਰ ਮਰ ਰਹੇ ਤੁਰਕ ਦੋਏ ਦਿਸ਼ ਜੁਝਾਰ। ਹਾਰ ਜਿੱਤ ਜਾਰੀ ਵੇਖ ਕੇ ਦੋਵਾਂ ਪਾਸਿਆਂ ਦੇ ਸੂਰਬੀਰ ਤੁਰਕ ਮਰ ਜਾਣਗੇ। ਭਾਵ ਸਤਿਗੁਰਾਂ ਦਾ ਇਹ ਜਿਹੜਾ ਹੈ ਭਵਿੱਖ ਬਚਨ ਜਿਹੜਾ ਔਰੰਗਜ਼ੇਬ ਦੇ ਪੁੱਤਰਾਂ ਦਾ ਜੰਗ ਹੋਣਾ ਉਸ ਨੂੰ ਭਵਿੱਖ ਯਾਦ ਕਰਕੇ ਕਹਿੰਦੇ ਚਲੋ ਹੁਣ ਰਾਜਿਆਂ ਦੀ ਜੰਗ ਦੇਖਾਂਗੇ, ਉਹਨਾਂ ਦੀ ਜਿੱਤ ਹਾਰ ਦੇਖਾਂਗੇ। ਕਰਤਾਰ ਦੇ ਸੋ ਤਖਤ ਪਾਏ ਬਾਦੀ ਦਲੇਸ਼ ਜੀਵਨ ਬਿਹਾਏ। ਔਰ ਜਿਸ ਨੂੰ ਪਰਮੇਸ਼ਰ ਨੇ ਰਾਜ ਦੇਣਾ ਹੋਇਆ ਔਰੰਗਜ਼ੇਬ ਦੀ ਗੱਦੀ ਅੱਗੇ ਜਿਹਨੂੰ ਕਰਤਾਰ ਚਾਹੇਗਾ ਰਾਜ ਦੇ ਦੇਵੇਗਾ ਤੇ ਦੂਸਰੇ ਨੂੰ ਖਪਾ ਦੇਵੇਗਾ, ਮਾਰ ਦੇਵੇਗਾ। ਸੁਨ ਭਾਣੇ ਸਿੰਘ ਬੜ ਪੁੱਤਰ ਲੀਨਾ ਤਿਸਤੇ ਸਾਕੇ ਅਬ ਕੌਣ ਛੀਨ। ਸਿੰਘਾਂ ਨੇ ਕਿਹਾ ਮਹਾਰਾਜ ਔਰੰਗਜ਼ੇਬ ਵੱਡੇ ਪੁੱਤਰ ਨੇ, ਤਾਰੇ ਆਜਮ ਨੇ ਤਾਂ ਨੱਪ ਲਿਆ ਹੋਣਾ ਰਾਜ, ਹੁਣ ਉਹ ਤੋਂ ਕੌਣ ਖੋ ਸਕਦਾ। ਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਮੈਨੂੰ ਰਾਜ ਦਵਾ ਦਿਓ। ਪਾਤਸ਼ਾਹ ਕਹਿੰਦੇ ਇੱਕ ਸ਼ਰਤ ਤੈਨੂੰ ਰਾਜ ਦੇ ਸਕਦੇ ਹਾਂ ਬਈ ਜਿਨ੍ਹਾਂ ਨੇ ਸਾਡੇ ਸਿੰਘਾਂ ਨੂੰ, ਸਾਡੇ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ, ਵਜੀਦੇ ਵਰਗਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸ਼ਹੀਦ ਕੀਤਾ ਨਾ, ਇਹ ਸਾਰੇ ਸਾਡੇ ਦੋਸ਼ੀ ਬੰਦੇ ਸਾਨੂੰ ਫੜਾ ਦੀ। ਤੇ ਬਹਾਦਰ ਸ਼ਾਹ ਕਹਿਣ ਲੱਗਿਆ ਪੱਕੀ ਗੱਲ ਹੈ, ਮੈਨੂੰ ਇੱਕ ਵਾਰੀ ਤਖਤ ਦਵਾ ਦਿਓ, ਮੈਂ ਸਾਰੇ ਤੁਹਾਡੇ ਹਵਾਲੇ ਕਰ ਦਿਆਂਗਾ। ਤੇ ਇਸ ਭਵਿੱਖਤ ਬਚਨ ਨੂੰ ਸਤਿਗੁਰਾਂ ਨੇ ਪਹਿਲਾਂ ਹੀ ਬੋਲਿਆ। ਕਹਿੰਦੇ ਸਿੰਘਾਂ ਨੂੰ ਕਹਿੰਦੇ ਚਲੋ ਚੱਲੀਏ ਹੁਣ ਰਾਜਿਆਂ ਦਾ ਜੰਗ ਕਰਾਵਾਂਗੇ ਤੇ ਵੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ। ਤੇ ਸਿੰਘ ਕਹਿੰਦੇ ਮਹਾਰਾਜ ਹੁਣ ਕੀ ਦੇਖਣਾ ਜੰਗ, ਹੁਣ ਤਾਂ ਤਾਰਾ ਆਜਮ ਜਿਹੜਾ ਉਹ ਬਹਿ ਗਿਆ ਹੋਣਾ ਗੱਦੀ ਤੇ। ਸਮਰੱਥ ਆਪ ਹੋ ਜਗਤਨਾਥ ਅਨਗਨਤ ਬਾਹਨੀ ਜਾਏ ਸਾਥ। ਔਰ ਮਹਾਰਾਜ ਬਹਿ ਤੁਸੀਂ ਸਰਬ ਕਲਾ ਸਮਰੱਥ ਹੋ, ਜਗਤ ਦੇ ਮਾਲਕ, ਪਰ ਉਹਦੇ ਕੋਲੇ ਬੜੀ ਫੌਜ ਹੈ, ਉਹਨੇ ਤਾਂ ਗੱਦੀ ਨੱਪ ਲਈ ਹੋਣੀ ਆ ਔਰੰਗੇ ਦੀ। ਗੁਰ ਕਹੇ ਪ੍ਰਭੂ ਕੇ ਮਹਿਦ ਖੇਲ ਬਿਖਲੀਤ ਸਕਲ ਨੈ ਸਕੇ ਪੀਲ। ਕਹਿੰਦੇ ਨਹੀਂ ਨਹੀਂ ਸਿੰਘ ਓਏ ਪਰਮੇਸ਼ਰ ਦੀਆਂ ਖੇਡਾਂ ਹੈ ਤੇ ਪਰਮੇਸ਼ਰ ਦੀਆਂ ਖੇਡਾਂ ਨੂੰ ਅਸੀਂ ਵੇਖ ਹੀ ਸਕਦੇ ਹਾਂ, ਉਹਨਾਂ ਨੂੰ ਬਦਲ ਕੌਣ ਸਕਦਾ ਹੈ। ਇਮ ਕਰਤ ਬਾਤ ਗੇ ਕਿਤਕ ਕੋਸ ਕੈ ਸਿਵਰ ਬਲੋਕੇ ਥਲ ਅਦੋਸ਼। ਇਉਂ ਸਤਿਗੁਰੂ ਪਾਤਸ਼ਾਹ ਜੀ ਗੱਲਾਂ ਬਾਤਾਂ ਕਰਦੇ ਆਪਣੇ ਸਿੰਘਾਂ ਦੇ ਨਾਲ ਘੋੜਿਆਂ ਤੇ ਤੁਰੇ ਜਾ ਰਹੇ ਹਨ। ਇੱਕ ਸੁੰਦਰ ਥਾਂ ਦੇਖ ਕੇ ਪੜਾਓ ਕੀਤਾ ਹੈ। ਗੁਰ ਕੀਰ ਬੀਰ ਰਿਪ ਮ੍ਰਿਗਨ ਸਿੰਘ ਕਰ ਨਮੋ ਸਬਨ ਸੰਤੋਖ ਸਿੰਘ। ਔਰ ਗੁਰਕੇਰ ਵੀਰ ਮਿਰਗਨ ਸਿੰਘ ਰਿਪ ਜਿਹੜਾ ਹੈ ਮਿਰਗਾਂ ਦੀ ਨਿਆਈ ਹੈ ਦੁਸ਼ਮਣ, ਤੇ ਗੁਰੂ ਕੇ ਸਿੰਘ ਸ਼ੇਰ ਦੀ ਨਿਆਈ ਹੈ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਮੈਂ ਗੁਰੂ ਨੂੰ ਤੇ ਗੁਰੂ ਦੇ ਯੋਧੇ ਸਿੰਘਾਂ ਨੂੰ ਜਿਹੜੇ ਦੁਸ਼ਮਣ ਨੂੰ ਮਿਰਗ ਦੀ ਨਿਆਈ ਨੱਪ ਲੈਂਦੇ ਹੈ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ ਦੋਹਰਾ। ਬਾਲਕ ਬੁਖਾਰੇ ਕੀ ਦਿਸ਼ਾ ਹੁਤੋ ਬਹਾਦਰ ਸ਼ਾਹ। ਹੁਣ ਤਾਰਾ ਆਜਮ ਜਿਹੜਾ ਹੈ ਗੁਰੂ ਪਿਆਰਿਓ ਉਹ ਦਿੱਲੀ ਦੇ ਤਖਤ ਵੱਲ ਵੱਧ ਰਿਹਾ ਹੈ ਤੇ ਬਹਾਦਰ ਸ਼ਾਹ ਜਿਹੜਾ ਹੈ ਬਲਖ ਬੁਖਾਰੇ ਵੱਲ ਗਿਆ ਹੋਇਆ ਸੀ। ਤਿਤ ਕੋ ਸੁਨ ਬਿਮਾਰ ਬਹੁ ਹਟਿਓ ਤੁਰਤ ਮਗ ਮਾਹੋ। ਤੇ ਜਿਸ ਵੇਲੇ ਉਸ ਨੂੰ ਆਪਣੇ ਪਿਤਾ ਦੇ ਬਿਮਾਰ ਹੋਣ ਦਾ ਪਤਾ ਚੱਲਿਆ ਤੇ ਗੱਦੀ ਪਿੱਛੇ ਰੌਲਾ ਪੈਣਾ ਹੀ ਪੈਣਾ, ਤਿੰਨ ਭਰਾ ਨੇ ਇਹ। ਇਸ ਕਰਕੇ ਜਦੋਂ ਉਹਨੂੰ ਪਤਾ ਲੱਗਿਆ ਤੇ ਬਲਖ ਬੁਖਾਰੇ ਚੋਂ ਵਾਪਸ ਮੁੜ ਪਿਆ। ਕਹਿੰਦੇ ਪਈ ਕਰਤ ਕੂਚ ਦਰ ਕੂਚ ਪਦਾਰਾ ਸ਼ੀਘਰ ਆਨਿਸ ਦੇਸ਼ ਮਜਾਰਾ। ਚਲੋ ਚਾਲ ਬੜੀ ਤੇਜ਼ੀ ਦੇ ਨਾਲ ਤੁਰਦਾ ਹੋਇਆ, ਘੱਟ ਰੁਕਦਾ ਜ਼ਿਆਦਾ ਚੱਲਦਾ।
ਪਹੁੰਚ ਗਿਆ ਨੇੜੇ। ਤਹਤ ਭਰਾਤਾ ਸਲਤਨ ਲੀਨ ਸੁਣਤ ਸ਼ਰੋਨ ਪਾ ਮਨ ਅਤ ਦੀਨ। ਔਰ ਇਸ ਨੇ ਆਪਣੇ ਪਿਤਾ ਦੀ ਕਹਾਣੀ ਵੀ ਸੁਣੀ ਹੋਈ ਹੈ ਕਿ ਇਸ ਦੇ ਪਿਤਾ ਨੇ ਆਪਣੇ ਭਰਾਵਾਂ ਨੂੰ ਮਾਰ ਕੇ ਗੱਦੀ ਲਈ ਸੀ। ਕਹੋ ਸਤਨਾਮ। ਪਿਓ ਸ਼ਾਹਜਹਾਂ ਨੂੰ ਕੈਦ ਕੀਤਾ ਸੀਗਾ ਔਰ ਦਾਰਾ ਸ਼ਕੋਹ ਦਾ ਸਿਰ ਵੱਢ ਕੇ ਔਰੰਗਜ਼ੇਬ ਨੂੰ ਜਿਉਂਦੇ ਨੂੰ ਜੇਲ੍ਹ 'ਚ ਪੇਸ਼ ਕੀਤਾ ਸੀਗਾ। ਫਿਰ ਇਹ ਤਖ਼ਤ 'ਤੇ ਬੈਠਾ ਸੀਗਾ। ਤਾਂ ਹੁਣ ਇਹ ਉਹ ਕਹਾਣੀ ਯਾਦ ਕਰਦਾ ਵੀ ਸਾਡੇ ਰਾਜੇ ਦੀਆਂ ਕੈਸੀਆਂ ਕਹਾਣੀਆਂ ਹਨ। ਮੇਰੇ ਪਿਓ ਨੇ ਆਪਦੇ ਭਰਾਵਾਂ ਨੂੰ ਮਾਰ ਕੇ ਰਾਜ ਲਿਆ ਸੀ ਤੇ ਲੱਗਦਾ ਮੈਨੂੰ ਵੀ ਭਰਾਵਾਂ ਨੂੰ ਮਾਰ ਕੇ ਰਾਜ ਮਿਲਣਾ। ਅਬ ਮੋਤੀ ਕਿਆ ਹੋਏ ਉਪਚਾਰਾ ਕਿਸ ਪ੍ਰਕਾਰ ਹੋਏ ਪ੍ਰਾਨ ਉਬਾਰਾ। ਤੇ ਜਾਂ ਫਿਰ ਉਹ ਮੈਨੂੰ ਮਾਰ ਦੇਣਗੇ। ਬਾਦਸ਼ਾਹ ਸੋਚਦਾ ਜਾ ਰਿਹਾ ਹੈ ਹੁਣ ਮੈਂ ਕੀ ਉਪਚਾਰ ਕਰਾਂ, ਕੀ ਇੰਤਜ਼ਾਮ ਕਰਾਂ। ਜਾਂ ਤਾਂ ਉਹ ਮੈਨੂੰ ਮਾਰ ਕੇ ਗੱਦੀ ਤੇ ਬੈਠੇਗਾ ਤੇ ਜਾਂ ਮੈਨੂੰ ਉਹਨੂੰ ਮਾਰਨਾ ਪੈਣਾ। ਕਹੇ ਪ੍ਰਾਤ ਦੈ ਹੈ ਮਰਵਾਏ ਕਿਉਂ ਨਾ ਬਲੀ ਤਬ ਸਕੇ ਬਚਾਏ। ਤੇ ਫਿਰ ਸੋਚਦਾ ਹੈ ਵੀ ਯਾਰ ਆਪਾਂ ਨੂੰ ਕੌਣ ਬਚਾ ਸਕਦਾ। ਜਿਸ ਤਰ੍ਹਾਂ ਗੁਰੂ ਪਿਆਰਿਓ ਰਾਜਾ ਜੈ ਸਿੰਘ ਨੇ 9ਵੇਂ ਪਾਤਸ਼ਾਹ ਜੀ ਦੀ ਸ਼ਰਨ ਲਈ ਸੀ ਅਸਾਮ ਦੇ ਰਾਜੇ ਨੂੰ ਜਿੱਤਣ ਵਾਸਤੇ। ਹੁਣ ਬਹਾਦਰ ਸ਼ਾਹ ਸੋਚਦਾ ਜਾ ਰਿਹਾ ਹੈ ਕੋਈ ਐਸਾ ਬਲੀ ਹੋਵੇ ਜਿਹੜਾ ਮੇਰੀ ਮਦਦ ਕਰੇ ਤੇ ਮੈਨੂੰ ਰਾਜ ਦਵਾ ਦੇਵੇ। 22 ਲੱਖ ਚਮੰਗ ਜੇ ਸੰਗ ਨੈਬਨ ਆਏ ਸੁਮੁਖ ਤਹਿ ਜੰਗ। ਔਰ ਉਸ ਤਾਰਾ ਆਜਮ ਦੇ ਨਾਲ ਜਿਹਦੇ ਕੋਲ 22 ਲੱਖ ਫੌਜ ਹੈ ਐਟ ਏ ਟਾਈਮ ਹੀ ਉਸ ਨੇ ਆਪਣੇ ਪਿਓ ਦੇ ਮਰਨ ਤੋਂ ਬਾਅਦ ਸਾਰੀ ਫੌਜ ਨੂੰ ਆਪਦੇ ਕਬਜ਼ੇ 'ਚ ਕਰ ਲਿਆ। ਹੁਣ ਸਿਪਾਹੀਆਂ ਨੇ ਤਾਂ ਲੜਾਈਆਂ ਕਰਨੀਆਂ, ਜਿਹੜਾ ਮੌਕੇ ਦਾ ਰਾਜਾ ਉਹਦੇ ਨਾਲ ਹੋ ਜਾਂਦੇ ਆ। ਕੋਈ ਸਤਨਾਮ। ਇਸ ਕਰਕੇ ਜਦੋਂ ਇਸ ਨੂੰ ਪਤਾ ਲੱਗਿਆ ਵੀ ਮੇਰੇ ਭਰਾ ਦੇ ਨਾਲ 22 ਲੱਖ ਫੌਜ ਹੈ, ਉਹਦੇ ਨਾਲ ਕਿਹੜਾ ਲੜਾਈ ਕਰੇ। ਆਪਣੇ ਹੁਤੂ ਬੁਲਾਏ ਬਿਠਾਏ ਸਭ ਕੋ ਆਪਣੇ ਬਿਰਤਾਂਤ ਸੁਣਾਏ। ਤੇ ਬਹਾਦਰ ਸ਼ਾਹ ਨੇ ਆਪਣੇ ਹਿੱਤੂ ਪਿਆਰ ਕਰਨ ਵਾਲੇ ਜਿੰਨੇ ਕੁ ਵਜ਼ੀਰ ਮੰਤਰੀ ਇਹਦੇ ਨਾਲ ਸੀ, ਜਿੰਨੀ ਕੁ ਫੌਜ ਇਹਦੇ ਨਾਲ ਸੀਗੀ, ਉਹਨਾਂ ਦੀ ਇੱਕ ਸਭਾ ਬੁਲਾਈ ਆ ਤੇ ਬੈਠ ਕੇ ਉਹਨਾਂ ਨਾਲ ਮੰਤਰ ਮਤਲਬ ਸਲਾਹ ਕਰਦਾ ਹੈ। ਕੋ ਕਰਤਬ ਕਿਆਬ ਹੈ ਜਿਸ ਤੇ ਜੀਅਤ ਪ੍ਰਾਨ ਬਚ ਰਹਿ। ਬਈ ਮਿੱਤਰੋ ਹੁਣ ਦੱਸੋ ਕੋਈ ਉਪਾਅ ਵੀ ਮੈਂ ਕੀ ਕਰਾਂ ਮੇਰੀ ਜਾਨ ਵੀ ਬਚ ਰਹੇ। ਭਲਿਓ ਭਾਜ ਕੇ ਦਿੜਕਿਤ ਹੋਏ ਬਲੀ ਸਹਾਇਕ ਬਨ ਹੈ ਕੋਏ। ਔਰ ਕੋਈ ਐਸਾ ਸਹਾਇਕ ਮਿਲ ਜਾਵੇ ਜਾਂ ਤਾਂ ਭੱਜ ਕੇ ਜਾਨ ਬਚਾ ਸਕਦੇ ਆ। 22 ਲੱਖ ਫੌਜ ਹੈ ਤਾਰਾ ਆਜਮ ਕੋਲੇ ਮੇਰੇ ਭਰਾ ਕੋਲ, ਜਾਂ ਤਾਂ ਭੱਜ ਕੇ ਜਾਨ ਬਚਾ ਸਕਦੇ ਆ। ਜੇ ਜਾਨ ਬਚਾਉਣੀ ਹੈ, ਜੇ ਰਾਜ ਲੈਣਾ ਹੈ ਤੇ ਫਿਰ ਕੋਈ ਬੜੀ ਯੋਧਾ ਦੱਸੋ ਜਿਹੜਾ ਆਪਣੀ ਮਦਦ ਕਰ ਸਕੇ। ਪੀਰ ਫਕੀਰ ਔਲੀਆ ਮਹਾ ਖੋਜੋ ਜੋ ਪ੍ਰਾਪਤ ਹੋਏ ਕਹਾ। ਕੋਈ ਪੀਰ ਫਕੀਰ ਕੋਈ ਔਲੀਆ ਕਿਸੇ ਤਰ੍ਹਾਂ ਸਾਡੀ ਜਾਨ ਬਚਾ ਦੇਵੇ ਤੇ ਮੇਰਾ ਭਰਾ ਮਾਰਿਆ ਜਾਵੇ ਤੇ ਸਾਰਾ ਰਾਜ ਭਾਗ ਆਪਾਂ ਨੂੰ ਪ੍ਰਾਪਤ ਹੋ ਜਾਵੇ। ਜਿਮ ਸੋ ਕਹੇ ਕਰੇ ਸੋ ਕਾਜਾ ਜੈ ਕੇ ਕਰੋ ਪਠਨ ਅਰ ਆਜਾ। ਤਾਂ ਇਸ ਨੇ ਬੰਦਿਆਂ ਦੀ ਡਿਊਟੀਆਂ ਲਾਤੀਆਂ ਵੀ ਇਹੋ ਜਿਹਾ ਕੋਈ ਤਕੜਾ ਸ਼ਕਤੀਸ਼ਾਲੀ ਫਕੀਰ ਲੱਭੋ, ਕੋਈ ਪੀਰ ਲੱਭੋ, ਜਿਵੇਂ ਉਹ ਫਿਰ ਕਹੇਗਾ ਆਪਾਂ ਉਵੇਂ ਕਰਾਂਗੇ। ਸਾਮੇ ਨੰਦ ਲਾਲ ਤਬ ਕਹਿਓ ਏਕ ਗੁਰੂ ਸਾਹਿਬਸ ਲਹਿਓ। ਤੇ ਉਸ ਵੇਲੇ ਇਹਦੇ ਕੋਲ ਇੱਕ ਮਨੁੱਖ ਸੀ, ਉਹ ਇਸ ਨੂੰ ਕਹਿੰਦਾ ਵੀ ਇਹੋ ਜਿਹਾ ਤਾਂ ਫਿਰ ਇੱਕ ਗੁਰੂ ਗੋਬਿੰਦ ਸਿੰਘ ਹੀ ਹੈ। ਤਿਨ ਸਮ ਪ੍ਰਾਪਤ ਕਹੂ ਨਾ ਕੋਏ ਸਗਲ ਜਗਤ ਫਿਰ ਖੋਜੋ ਜੋਏ। ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਾ ਸਾਰੀ ਦੁਨੀਆ ਵਿੱਚ ਕੋਈ ਨਹੀਂ ਹੈਗਾ। ਤੁਮ ਵੀ ਜਾਣਤ ਹੋ ਬਲ ਭਾਂਤੀ ਬਿਦਤ ਸਬਨ ਮੈਂ ਜਿਨ ਕਰਮਾਤੀ। ਬਾਕੀ ਬਹਾਦਰ ਸ਼ਾਹ ਤੈਨੂੰ ਵੀ ਪਤਾ ਹੈ ਉਹ ਦੁਨੀਆ ਵਿੱਚ ਬਿਦਤ ਭਾਵ ਮਸ਼ਹੂਰ ਹਨ, ਪ੍ਰਗਟ ਹਨ, ਉਹਨਾਂ ਦੀਆਂ ਕਰਾਮਾਤੀ ਸ਼ਕਤੀਆਂ ਵੀ ਮਸ਼ਹੂਰ ਹਨ। ਕਿਰਪਾ ਕਰੇ ਜੇ ਬਨੇ ਸਹਾਏ ਤੋ ਜਗ ਕੀ ਸਲਤਨ ਲਿਓ ਪਾਏ। ਜੇ ਉਹ ਕਿਰਪਾ ਕਰਕੇ ਆਪਣੀ ਮਦਦ ਕਰ ਦੇਣ ਤਾਂ ਤੇਰੀ ਜਾਨ ਵੀ ਬਚ ਸਕਦੀ ਹੈ, ਤੈਨੂੰ ਰਾਜ ਵੀ ਦੇ ਸਕਦੇ ਆ। ਸੁਣਤ ਬਹਾਦਰ ਸ਼ਾਹ ਆਨੰਦ ਕਹਿਓ ਕਿ ਨਿਸ਼ਚੇ ਸੋ ਜਗ ਬੰਦ। ਗੱਲ ਤੇਰੀ ਸਹੀ ਆ, ਕਿਉਂਕਿ ਮੌਕੇ ਤੇ ਹਰੇਕ ਨੂੰ ਯਾਦ ਵੀ ਨਹੀਂ ਆਉਂਦੀ ਨਾ। ਫਿਰ ਆਪਾਂ ਬੈਠ ਕੇ ਸਲਾਹ ਕਰਦੇ ਹਾਂ ਵੀ ਯਾਰ ਲਾਓ ਦਿਮਾਗ, ਲੜਾਓ। ਫਿਰ ਦਿਮਾਗ ਲੜਾਇਆ ਇਸ ਦੇ ਮਨੁੱਖ ਨੇ। ਵੈਸੇ ਨੰਦ ਲਾਲ ਗੋਇਆ ਤਾਂ ਔਰੰਗਜ਼ੇਬ ਦੇ ਹੁੰਦੇ ਹੀ ਪਾਤਸ਼ਾਹ ਕੋਲੇ ਆ ਗਿਆ ਸੀਗਾ। ਭਾਈ ਸਾਹਿਬ ਨੇ ਇੱਥੇ ਨੰਦ ਲਾਲ ਲਿਖਿਆ, ਨੰਦ ਲਾਲ ਤਾਂ ਔਰੰਗਜ਼ੇਬ ਨੇ ਇੱਕ ਕੁਰਾਨ ਦੀ ਆਇਤ ਭੇਜੀ ਸੀ ਅਰਥ ਕਰਨ ਵਾਸਤੇ, ਔਰ ਉਹਦੇ ਅਰਥ ਕਿਸੇ ਤੋਂ ਵਧੀਆ ਨਹੀਂ ਸੀ ਹੋਏ। ਤੇ ਨੰਦ ਲਾਲ ਗੋਇਆ ਇਹ ਬਹਾਦਰ ਸ਼ਾਹ ਦਾ ਮੁਨਸ਼ੀ ਸੀਗਾ, ਤੇ ਨੰਦ ਲਾਲ ਗੋਏ ਨੇ ਉਸ ਦੇ ਆਇਤ ਦੇ ਅਰਥ ਕਰਕੇ ਭੇਜੇ ਤੇ ਔਰੰਗਜ਼ੇਬ ਨੂੰ ਪਸੰਦ ਆਏ।
ਕਿਉਂ ਕਹਿੰਦਾ ਵੀ ਇਹ ਕਿਹਨੇ ਕੀਤੀ ਆ? ਉਹ ਕਹਿੰਦਾ ਨੰਦ ਲਾਲ ਗੋਇਆ। ਕਹਿੰਦੇ ਗੋਇਆ ਕੀ ਹੁੰਦਾ? ਆਪਣੇ ਮੁਸਲਮਾਨਾਂ ਤਾਂ ਹੈ ਨਹੀਂ ਕੋਈ। ਕਹਿੰਦੇ ਹਿੰਦੂ ਹੈ ਇਹ ਬੰਦਾ, ਮੇਰਾ ਮੁਨਸ਼ੀ ਹੈ, ਮੁਨੀਮ ਹੈ। ਇੰਨਾ ਤੇਜ਼ ਬੰਦਾ, ਇੰਨੇ ਵਧੀਆ ਅਰਥ ਕੀਤੇ, ਇਹਨੂੰ ਹੁਣੇ ਮੁਸਲਮਾਨ ਬਣਾਓ ਜਾਂ ਮਾਰ ਦਿਓ। ਕੋ ਸਤਨਾਮ। ਉਸ ਵੇਲੇ ਬਹਾਦਰ ਸ਼ਾਹ ਨੇ ਆਪਣਾ ਹਮਜਮਾਤੀ ਜਾਣ ਕੇ, ਬਚਪਨ ਦਾ ਦੋਸਤ ਜਾਣ ਕੇ ਇਹਨੂੰ ਕਹਿਤਾ ਸੀ ਭੱਜ ਜਾ, ਜਾਨ ਬਚਾਉਣੀ ਹੈ ਤਾਂ ਮੈਂ ਤੈਨੂੰ ਬਚਾ ਨਹੀਂ ਸਕਦਾ ਹੁਣ, ਜਾਂ ਫਿਰ ਤੂੰ ਮੁਸਲਮਾਨ ਬਣ ਜਾ। ਕਹਿੰਦਾ ਮੈਂ ਨਹੀਂ ਬਣਦਾ, ਧਰਮ ਨਹੀਂ ਛੱਡਦਾ। ਕਹਿੰਦੇ ਜੇ ਧਰਮ ਨਹੀਂ ਛੱਡਦਾ ਫਿਰ ਭੱਜ ਜਾ ਭਾਈ, ਆਪਦੀ ਜਾਨ ਜਿੱਥੇ ਮਰਜੀ ਬਚਾ, ਮੈਂ ਦੋਸਤ ਕਰਕੇ ਤੇਰੇ ਤੇ ਇਹ ਅਹਿਸਾਨ ਕਰਦਾ ਹਾਂ। ਫਿਰ ਨੰਦ ਲਾਲ ਗੋਇਆ 10ਵੇਂ ਪਾਤਸ਼ਾਹ ਜੀ ਕੋਲ ਆ ਗਿਆ ਸੀ। ਖੈਰ ਚਲੋ, ਇੱਥੇ ਭਾਈ ਸਾਹਿਬ ਨੇ ਨੰਦ ਲਾਲ ਲਿਖਿਆ, ਕੋਈ ਹੋਰ ਵੀ ਹੋ ਸਕਦਾ ਹੈ। ਇਸ ਨੇ ਬੇਨਤੀ ਕੀਤੀ ਕਿ ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਜਿਹੜੇ ਤੈਨੂੰ ਬਚਾ ਸਕਦੇ ਐ। ਸੁਨ ਮਨ ਚੀ ਤੁਝ ਬਿਨ ਕੋ ਜਾਏ, ਜਾਏ ਤਾ ਕੋ ਨੈ ਸਕੇ ਰਿਜਾਏ। ਫਿਰ ਮਿੱਤਰਾ ਤੂੰ ਹੀ ਜਾ, ਤੇਰੇ ਤੋਂ ਬਗੈਰ ਉਹਨਾਂ ਨੂੰ ਹੋਰ ਕੋਈ ਜਾਣਦਾ ਵੀ ਨਹੀਂ ਵਧੀਆ, ਤੇ ਤੂੰ ਉਹਨੂੰ ਖੁਸ਼ ਵੀ ਕਰ ਸਕਦਾ ਹੈ। ਤੁਝ ਪਰ ਕਿਰਪਾ ਕਰੇ ਬਹੁ ਤੇਰੀ, ਹਾਕਮ ਰਾਏ ਸੰਗ ਹੋਏ ਤੇਰੀ। ਔਰ ਤੇਰੇ ਉੱਤਰ ਉਹਨਾਂ ਦੀ ਬੜੀ ਕਿਰਪਾ ਹੁੰਦੀ ਹੈ, ਹਾਕਮਾਂ ਦੇ ਨਾਲ ਵੀ ਤੇਰੀ ਜਿਹੜੀ ਹੈ ਮੇਲ ਮਿਲਾਪ ਹੈ। ਜੈ ਸਤਿਗੁਰ ਪਹੁੰਚ ਬਿਨ ਦੇਰ, ਕਰ ਕਾਰਜ ਸਿਧ ਆਵੋ ਫੇਰ। ਤੇ ਤੂੰ ਜਾ ਫਿਰ ਗੁਰੂ ਸਾਹਿਬ ਨੂੰ ਮਿਲਣਾ ਕਰ, ਜਾ ਕੇ ਬੇਨਤੀ ਕਰ ਵੀ ਜਲਦੀ ਤੋਂ ਜਲਦੀ ਗੁਰੂ ਸਾਹਿਬ ਪਹੁੰਚਣ ਤੇ ਆਪਣਾ ਕਾਰਜ ਸਿੱਧ ਹੋਵੇ। ਇਤਿ ਆਦ ਕੈ ਸੁਨ ਕਰ ਤਿਆਰੀ, ਕਿਸ ਤੇ ਸੁਨੋ ਗੁਰੂ ਸੁਧ ਸਾਰੀ। ਤਾਂ ਉਸ ਨੰਦ ਲਾਲ ਨੇ ਤਿਆਰੀ ਕੀਤੀ ਹੈ, ਪੁੱਛਗਿੱਛ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਮਿਲਣਗੇ। ਰਾਜਪੂਤਨ ਕੇ ਦੇਸ਼ ਮਜਾਰਾ, ਵਿਚਰ ਤੂਤ ਕੋ ਗਏ ਉਦਾਰਾ। ਤੋਂ ਪਿੱਛੇ ਭਗੌਰ ਦੀ ਜੰਗ ਹੋਈ ਸੀ, ਇੱਥੇ ਰਾਜਪੂਤ ਵਸਦੇ ਸੀ, ਅਸਲ ਵਿੱਚ ਇਹ ਲੜਾਈ ਵਾਲੇ ਬੰਦੇ ਸਨ ਸਾਰੇ। ਤਾਂ ਕਹਿੰਦੇ ਕਿਸੇ ਨੇ ਦੱਸਿਆ ਵੀ ਰਾਜਪੂਤਾਂ ਦੇ ਦੇਸ਼ ਚੋਂ ਲੰਘ ਕੇ ਗਏ ਹਨ। ਹਾਕਮ ਰਾਏ ਸੰਗ ਨਿਜ ਲੀਨਾ, ਨੰਦ ਲਾਲ ਗਮਨਿਓ ਚਿਤ ਚੀਨਾ। ਹਾਕਮ ਰਾਏ ਤੇ ਨੰਦ ਲਾਲ ਕਹਿੰਦੇ ਦੋਨੇ ਚੱਲ ਪਏ। ਬਾਰ ਬਗੋਰ ਸਿਵਰ ਕੈ ਜਹਾਂ, ਪਹੁੰਚੇ ਤੂਰਨ ਕਰਤੀ ਤਹਾਂ। ਔਰ ਬੜੀ ਤੇਜ਼ੀ ਦੇ ਨਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਗੌਰ ਨੂੰ ਲੰਘ ਕੇ ਜਿੱਥੇ ਅਗਲਾ ਪੜਾ ਕੀਤਾ ਸੀਗਾ, ਇਹ ਦੋਨੇ ਉੱਥੇ ਪਹੁੰਚ ਗਏ। ਬੈਠੇ ਸ੍ਰੀ ਪ੍ਰਭ ਬੀਚ ਦੀਵਾਨ, ਭੇਟ ਅਨੇਕ ਲੈ ਮਿਲ ਆਨ। ਔਰ ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਪਹੁੰਚੇ, ਹੱਥ ਵਿੱਚ ਭੇਟਾਵਾਂ ਲਈਆਂ, ਮੱਥਾ ਟੇਕਦੇ ਹਨ। ਚਰਨ ਕਮਲ ਪਰ ਸੀਸ ਟਿਕਾਏ, ਪੁਨ ਸਭ ਬਿਨਤੀ ਦੀਨ ਸੁਨਾਏ। ਇਹਨਾਂ ਨੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਪਾਤਸ਼ਾਹ ਕਹਿੰਦੇ ਆਓ ਭਾਈ, ਕਿਵੇਂ ਆਉਣਾ ਹੋਇਆ? ਕਹਿੰਦੇ ਸ਼ਾਹ ਬਹਾਦਰ ਦਾਸ ਤੁਮਾਰਾ, ਪਰਿਓ ਸ਼ਰਨ ਕਰ ਜੋਰ ਉਚਾਰਾ। ਮਹਾਰਾਜ ਜੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਤੁਹਾਡੇ ਚਰਨ ਸ਼ਰਨ ਪੈਂਦਾ ਹੈ, ਤੁਹਾਡਾ ਦਾਸ ਸੇਵਕ ਬਣਦਾ ਹੈ। ਕਿਰਪਾ ਕਰੋ ਅਬ ਬਨੋ ਸਹਾਏ, ਰਿਪ ਭਰਾਤਾ ਤੇ ਲਿਓ ਬਚਾਏ। ਉਹਦਾ ਭਰਾ ਉਹਦਾ ਦੁਸ਼ਮਣ ਹੈ, ਕਿਉਂਕਿ ਇੱਕ ਨੂੰ ਤਾਂ ਮਰਨਾ ਹੀ ਪੈਣਾ ਹੈ, ਗੱਦੀ ਤੇ ਇੱਕੋ ਹੀ ਬੈਠੇਗਾ। ਮਹਾਰਾਜ ਉਹਦਾ ਭਰਾ ਉਸ ਦਾ ਦੁਸ਼ਮਣ ਹੈ, ਉਹਨੂੰ ਮਾਰਨਾ ਚਾਹੁੰਦਾ, ਤੁਸੀਂ ਬਹਾਦਰ ਸ਼ਾਹ ਨੂੰ ਬਚਾ ਲਓ। ਇਤਿ ਆਦਕ ਬਿਨਤੀ ਸੁਨ ਕਰਕੇ, ਸਹਿਜ ਸੁਭਾਇਕ ਬਾਕ ਉਚਰ ਕੇ। ਸਾਧ ਜੇ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਜਦੋਂ ਇਹ ਬਚਨ ਚੱਲੇ ਤੇ ਸਤਿਗੁਰੂ ਸਹਿਜ ਸੁਭਾ ਕਹਿੰਦੇ ਹਮ ਸਲਤਨ ਜਗ ਕੀ ਦੇਤਾ ਹੈ, ਏਕ ਸਵਾਲ ਮਾਨੇ ਮਨ ਮਾਹੇ। ਅਸੀਂ ਉਸ ਨੂੰ ਦੇਸ਼ ਦਾ ਰਾਜ ਦਵਾ ਦੇਾਂਗੇ, ਪਰ ਉਹਨੂੰ ਸਾਡਾ ਵੀ ਇੱਕ ਸਵਾਲ ਮੰਨਣਾ ਪੈਣਾ। ਨਿਜ ਪਿਤ ਕੇ ਸਮ ਹੋਏ ਨਾ ਕੂਰਾ, ਕੋ ਕਾਰਜ ਤਿਸ ਕੋ ਹੈ ਪੂਰਾ। ਆਪਣੇ ਪਿਤਾ ਦੀ ਨਿਆਈ ਕੱਟੜ ਮੁਸਲਮਾਨ ਨਾ ਬਣੇ, ਤੁਰਕ ਨਾ ਬਣੇ, ਕੱਟੜ ਜ਼ਾਲਮ ਨਾ ਬਣੇ, ਤੇ ਜੋ ਅਸੀਂ ਕਹਾਂਗੇ ਉਹ ਗੱਲ ਮੰਨੇਗਾ ਤਾਂ ਅਸੀਂ ਉਸ ਨੂੰ ਰਾਜ ਦਵਾ ਦੇਾਂਗੇ। ਸੁਣ ਕੇ ਨੰਦ ਲਾਲ ਹਰਿ ਖਾਇਓ, ਧੰਨ ਗੁਰੂ ਕੈ ਸੀਸ ਨਿਵਾਇਓ। ਔਰ ਕਹਿਣ ਲੱਗਿਆ ਧੰਨੋ ਮਾਰਾ ਧੰਨੋ, ਤੁਹਾਡੇ ਬਿਨਾ ਕੌਣ ਬਾਂਹ ਫੜ ਸਕਦਾ ਹੈ। ਕਹਿਓ ਆਪ ਕੋ ਮੈਂ ਸਭ ਕਹੋ, ਮਾਨੇ ਸਵਾਲ ਭਲੇ ਮੈਂ ਲਹੋ। ਮਹਾਰਾਜ ਤੁਹਾਡੇ ਹਰ ਸਵਾਲ ਨੂੰ ਬਹਾਦਰ ਸ਼ਾਹ ਤੋਂ ਮੈਂ ਮਨਾਵਾਂਗਾ, ਪਰ ਤੁਸੀਂ ਉਸ ਦੀ ਰਕਸ਼ਾ ਕਰੋ। ਹੁਣ ਇਹਨਾਂ ਦੀ ਕਿਵੇਂ ਪਾਤਸ਼ਾਹ ਰਕਸ਼ਾ ਕਰਦੇ ਆ, ਕਿਵੇਂ ਇਹਨੂੰ ਰਾਜ ਦਿਵਾਉਂਦੇ ਆ, ਅੱਗੇ ਮੰਨਦਾ ਕਿ ਨਹੀਂ ਮੰਨਦਾ, ਇਹ ਆਪਾਂ ਅਗਲੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ।
हे अच्युत हे पार ब्रह्म अविनाशी अविनाश हे पूरन हे सर्व पंजन मैं गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे पी हो बनहार हे संत कै सदा संग निदारा आधार हे ठाकुर हौं दासरो मैं निर्गुण गुण नहीं कोय नानक दीजै नाम दान राखो ही बरोए आए प्रभ शरणागति कृपा नित दयाल एक अखर हर मन बसत नानक होत निहाल एक ओंकार सतगुरु तेह प्रसाद सच होए वाहिगुरु जी की फतेह विघ्न है विनाशन सोए वाहिगुरु जी की फतेह विघ्न है विनाशन सोए वाहिगुरु जी का खालसा वाहिगुरु जी की फतेह।